ਨੈਕਸਟ ਟੌਪਿਕ ਆਪਣੇ ਕੋਲ ਹੈਗਾ ਜੀ ਬੋਰਡ ਆਫ ਡਾਇਰੈਕਟਰਸ, ਇਹ ਪਾਵਰਫੁਲ ਇਨਸਟਰੂਮੈਂਟ ਇਨ ਗਵਰਨੈਂਸ। ਬੋਰਡ ਆਫ ਡਾਇਰੈਕਟਰ ਮੀਨਸ ਜਿਹੜੇ ਕੰਪਨੀ ਨੂੰ ਸੈਟ ਕੰਮ ਨੂੰ ਧਿਆਨ ਰੱਖਦੇ ਨੇ, ਕੰਪਨੀ ਨੂੰ ਚਲਾਉਣ। ਡਾਇਰੈਕਟਰ ਕੰਪਨੀ 'ਚ ਕਾਫੀ ਪ੍ਰਕਾਰ ਦੇ ਹੁੰਦੇ ਨੇ। ਇਹ ਕਾਰਪੋਰੇਟ ਗਵਰਨੈਂਸ ਦਾ ਇੱਕ ਪਾਵਰਫੁਲ ਇੰਸਟਰੂਮੈਂਟ ਹੈ, ਕਿਉਂਕਿ ਗਵਰਨੈਂਸ ਦਾ ਜਿੰਨੇ ਵੀ ਰੂਲ ਬਣਦੇ ਨੇ ਉਹ ਡਾਇਰੈਕਟਰ ਦੇ ਥਰੂ ਹੀ ਬਣਦੇ ਨੇ, ਕਿਉਂਕਿ ਡਾਇਰੈਕਟਰ ਨੇ ਪੂਰੀ ਕੰਪਨੀ ਨੂੰ ਰੈਗੂਲੇਟ ਕਰਨਾ ਹੁੰਦਾ ਹੈ। ਡਾਇਰੈਕਟਰ ਬਾਰੇ ਲਿਖਿਆ ਵੀ ਹੈ, ਕੋਈ ਵੀ ਪਰਸਨ ਕਹਿੰਦਾ ਕੰਪਨੀ ਦੇ ਵਿੱਚ ਜਿਵੇਂ ਕੋਈ ਸ਼ੇਅਰ ਹੋਲਡਰ ਹੈ ਉਹ ਵੀ ਡਾਇਰੈਕਟਰ ਬਣ ਸਕਦਾ ਹੈਗਾ, ਲੇਕਿਨ ਉਹਦੇ ਵਿੱਚ ਜ਼ਰੂਰੀ ਹੈਗਾ ਕਿ ਉਸਨੂੰ ਘੱਟੋ ਘੱਟ ਵੀ ਇੰਨੇ ਸ਼ੇਅਰ, ਉਹਦੀ ਕੰਡੀਸ਼ਨ ਨਾਲ ਲਿਖੀ ਹੁੰਦੀ ਵੀ ਇੰਨੇ ਸ਼ੇਅਰ ਉਹਨਾਂ ਨੇ ਜ਼ਰੂਰ ਕੀਤੇ ਹੋਣ ਤਾਂ ਡਾਇਰੈਕਟਰ ਬਣ ਸਕਦੇ ਨੇ। ਡਾਇਰੈਕਟਰ ਕਹਿੰਦਾ ਕੰਪਨੀ ਦੇ ਵਿੱਚ ਏਜੰਟ ਦਾ ਵੀ ਕੰਮ ਕਰਦੇ ਨੇ, ਟਰਸਟੀ ਦਾ ਵੀ ਕੰਮ ਕਰਦੇ ਨੇ, ਪਲੱਸ ਮੈਨੇਜਿੰਗ ਪਾਰਟਨਰ ਦਾ ਵੀ ਕੰਮ ਕਰਦੇ ਹੈਗੇ ਨੇ। ਕੋਈ ਵੀ ਸ਼ੇਅਰ ਹੋਲਡਰ ਆਪਣੇ ਬਿਹਾਫ ਤੇ ਕਹਿੰਦਾ ਕਿ ਜਿਹੜੇ ਕੰਪਨੀ ਸ਼ੇਅਰ ਹੋਲਡਰ ਨੇ ਉਹ ਵੀ ਡਾਇਰੈਕਟਰ ਹਾਇਰ ਕਰਦੇ ਹੁੰਦੇ ਨੇ। ਡਾਇਰੈਕਟਰ ਦੇ ਇਹਨਾਂ ਟਾਈਪਸ ਲਿਖੀਆਂ, ਸਭ ਤੋਂ ਪਹਿਲਾਂ ਆਰਡੀਨਰੀ ਡਾਇਰੈਕਟਰਸ, ਜਿਹੜੇ ਸਿਰਫ ਕੰਪਨੀ ਦੇ ਵਿੱਚ ਬੋਰਡ ਆਫ ਮੀਟਿੰਗ ਅਟੈਂਡ ਕਰਦੇ ਨੇ ਔਰ ਮੀਟਿੰਗ ਦੇ ਵਿੱਚ ਆਪਣਾ ਏਜੰਡਾ ਰੱਖਦੇ ਨੇ ਵੀ ਅਸੀਂ ਆਹ ਚੀਜ਼ ਪਾਸ ਕਰਨੀ ਹੈਗੀ, ਆਹ ਚੀਜ਼ ਨਹੀਂ ਕਰਨੀ ਹੈਗੀ, ਉਹਨਾਂ ਨੂੰ ਅਸੀਂ ਆਰਡੀਨਰੀ ਡਾਇਰੈਕਟਰ ਕਹਿੰਦੇ ਹਾਂ। ਉਸ ਤੋਂ ਬਾਅਦ ਮੈਨੇਜਿੰਗ ਡਾਇਰੈਕਟਰ, ਜਿਹੜੇ ਕੰਮ ਨੂੰ ਮੈਨੇਜ ਕਰਦੇ ਨੇ, ਮੀਨਸ ਕੰਪਨੀ ਦੇ ਕੰਮ ਦੇ ਰੂਲਸ ਐਂਡ ਰੈਗੂਲੇਸ਼ਨ ਬਣਾਉਂਦੇ ਨੇ, ਉਹਨੂੰ ਕਿਵੇਂ ਕੰਪਲੀਟ ਕਰਾਉਣਾ, ਉਹਨੂੰ ਅਸੀਂ ਮੈਨੇਜਿੰਗ ਡਾਇਰੈਕਟਰਸ। ਫਿਰ ਹੈਗੇ ਨੇ ਐਗਜ਼ੀਕਿਊਟਿਵ ਡਾਇਰੈਕਟਰਸ। ਐਗਜ਼ੀਕਿਊਟਿਵ ਡਾਇਰੈਕਟਰਸ ਹੁੰਦੇ ਨੇ ਇੱਕ ਤਰ੍ਹਾਂ ਦੀ ਕੰਪਨੀ ਦੇ ਇੰਪਲੋਈ ਹੁੰਦੇ ਨੇ। ਕੰਪਨੀ ਦੇ ਵਿੱਚ ਪ੍ਰੋਪਰ ਉਹਨਾਂ ਨੇ ਵਰਕਰਸ ਦੇ ਨਾਲ ਮਿਲ ਕੇ ਕੰਮ ਕਰਨਾ, ਜਾਂ ਫਿਰ ਸਟਾਫ ਹੋਵੇ ਉਹਦੇ ਨਾਲ ਮਿਲ ਕੇ ਕੰਮ ਕਰਨਾ, ਰੂਲਸ ਐਂਡ ਰੈਗੂਲੇਸ਼ਨ ਬਣਾਉਂਦੇ ਚਲੇ ਜਾਣਾ, ਉਹਨਾਂ ਨੂੰ ਫੋਲੋ ਕਰਵਾਉਂਦੇ ਚਲੇ ਜਾਣਾ, ਉਹ ਹੁੰਦੇ ਨੇ ਐਗਜ਼ੀਕਿਊਟਿਵ ਡਾਇਰੈਕਟਰਸ। ਇੱਕ ਹੁੰਦੇ ਨੇ ਨੌਨ ਐਗਜ਼ੀਕਿਊਟਿਵ ਡਾਇਰੈਕਟਰਸ, ਉਹ ਕੰਪਨੀ 'ਚ ਕੋਈ ਵੀ ਫੰਕਸ਼ਨ ਪਰਫਾਰਮ ਨਹੀਂ ਕਰਦੇ। ਕੰਪਨੀ 'ਚ ਕਦੀ ਕਦੀ ਆ ਗਏ ਜਾਂ ਪ੍ਰੋਫਿਟ ਮਿਲਦਾ ਹੈ, ਆਪਣਾ ਪ੍ਰੋਫਿਟ ਲੈਣ ਆ ਗਏ, ਉਹਨਾਂ ਨੂੰ ਅਸੀਂ ਨੌਨ ਐਗਜ਼ੀਕਿਊਟਿਵ ਡਾਇਰੈਕਟਰਸ ਕਹਿ ਦਿੰਦੇ ਹਾਂ। ਇੱਕ ਹੁੰਦੇ ਨੇ ਸ਼ੈਡੋ ਡਾਇਰੈਕਟਰਸ। ਸ਼ੈਡੋ ਡਾਇਰੈਕਟਰਸ ਹੁੰਦੇ ਨੇ ਜਿਹੜੇ ਕੰਪਨੀ ਦੇ ਸਾਰੇ ਕੰਮਾਂ ਲਈ ਓਵਰਆਲ ਕੰਪਨੀ ਜਿੰਨੇ ਫੰਕਸ਼ਨ ਹੁੰਦੇ ਰਿਸਪੌਂਸੀਬਲ ਹੁੰਦੇ, ਮੀਨਸ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਲਈ ਇੰਨੇ ਕੰਮ ਜ਼ਰੂਰੀ। ਕਈ ਵਾਰ ਇਹ ਵੀ ਨਹੀਂ ਵੀ ਆਏ ਹੁੰਦੇ ਤਾਂ ਉਹਨਾਂ ਨੇ ਆਪਣੀ ਜਗ੍ਹਾ ਕਿਸੇ ਪਰਸਨ ਨੂੰ ਅੱਗੇ ਰੱਖਿਆ ਹੁੰਦਾ ਵੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਹੁੰਦਾ ਵੀ ਉਹਨਾਂ ਦੀ ਸ਼ੈਡੋ ਦੀ ਤਰ੍ਹਾਂ ਕੰਮ ਕਰ ਰਿਹਾ। ਐਗਜ਼ਾਮਪਲ, ਕੋਈ ਬਿਜ਼ਨਸ ਚੱਲ ਰਿਹਾ, ਫਾਦਰ ਨੇ ਸਟਾਰਟ ਕਰਾ, ਉਹਨਾਂ ਦੀ ਜਗ੍ਹਾ ਦਾ ਮੁੰਡਾ ਕੰਮ ਦੇਖ ਰਿਹਾ, ਅਸੀਂ ਉਹਨੂੰ ਕੀ ਕਹਾਂਗੇ, ਸ਼ੈਡੋ ਡਾਇਰੈਕਟਰਸ। ਐਡੀਸ਼ਨਲ ਡਾਇਰੈਕਟਰਸ, ਜਦੋਂ ਕਹਿੰਦਾ ਬੋਰਡ ਆਫ ਡਾਇਰੈਕਟਰਸ ਮੀਨਸ ਸਮਝਦੇ ਨੇ ਵੀ ਸਾਡੇ ਕੰਪਨੀ 'ਚ ਕੰਮ ਬਰਡਨ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਤਾਂ ਉਹ ਬੋਰਡ ਆਫ ਮੀਟਿੰਗ ਦਾ ਫਿਰ ਜਿਹੜਾ ਐਨੂਅਲ ਜਨਰਲ ਮੀਟਿੰਗ ਹੁੰਦੀ ਉਹਦੇ ਵਿੱਚ ਕਿਸੇ ਹੋਰ ਡਾਇਰੈਕਟਰ ਨੂੰ ਵੀ ਹਾਇਰ ਕਰ ਦੇਣਾ, ਉਹਨਾਂ ਨੂੰ ਅਸੀਂ ਐਡੀਸ਼ਨਲ ਡਾਇਰੈਕਟਰ ਕਹਿ ਦਾਂਗੇ। ਅਲਟਰਨੇਟਿਵ ਡਾਇਰੈਕਟਰਸ। ਅਲਟਰਨੇਟਿਵ ਡਾਇਰੈਕਟਰਸ ਮੀਨਸ ਕਈ ਵਾਰ ਕੰਪਨੀ 'ਚ ਇੱਕ ਡਾਇਰੈਕਟਰ ਨਹੀਂ, ਕਾਫੀ ਡਾਇਰੈਕਟਰ ਨੇ, ਇੱਕ ਡਾਇਰੈਕਟਰ ਕਿਤੇ ਗਿਆ ਹੋਇਆ ਉਹਦੀ ਜਗ੍ਹਾ ਦੂਸਰਾ ਪਰਸਨ ਡਾਇਰੈਕਟਰ ਵੀ ਸਾਈਨ ਵਗੈਰਾ ਕਰ ਸਕਦਾ, ਅਸੀਂ ਇੱਦਾਂ ਡਾਇਰੈਕਟਰ ਨੂੰ ਕਹਾਂਗੇ ਅਲਟਰਨੇਟਿਵ ਡਾਇਰੈਕਟਰਸ। ਮੀਨਸ ਕੰਪਨੀ ਦਾ ਕੰਮ ਨਹੀਂ ਰੁਕਣਾ ਚਾਹੀਦਾ। ਪ੍ਰੋਫੈਸ਼ਨਲ ਡਾਇਰੈਕਟਰਸ। ਪ੍ਰੋਫੈਸ਼ਨਲ ਡਾਇਰੈਕਟਰ ਹੋਣਗੇ ਜਿਹੜੇ ਕੁਝ ਡਾਇਰੈਕਟਰ ਕੰਪਨੀ 'ਚ ਆਪਣੇ ਪ੍ਰੋਫੈਸ਼ਨ ਬੇਸ ਤੇ ਆਏ ਨੇ, ਸਿਰਫ ਇੱਕ ਕੰਮ ਦੇ ਵਿੱਚ ਐਕਸਪਰਟ ਨੇ, ਉਹਨਾਂ ਨੂੰ ਉਸ ਦੇ ਵਿੱਚ ਡਾਇਰੈਕਟਰ ਬਣਾਇਆ ਗਿਆ ਹੈਗਾ, ਤਾਂ ਉਹ ਪ੍ਰੋਫੈਸ਼ਨਲ ਡਾਇਰੈਕਟਰਸ ਹੋਣਗੇ। ਨੋਮੀਨੀ ਡਾਇਰੈਕਟਰਸ। ਨੋਮੀਨੀ ਡਾਇਰੈਕਟਰ ਹੁੰਦੇ ਨੇ ਜਦੋਂ ਆਪਣੀ ਜਗ੍ਹਾ ਕਿਸੇ ਹੋਰ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਨੇ ਮੀਟਿੰਗ ਦੇ ਵਿੱਚ, ਅਸੀਂ ਉਹਨਾਂ ਨੂੰ ਨੋਮੀਨੀ ਡਾਇਰੈਕਟਰ ਕਹਿੰਦੇ ਨੇ। ਇਹ ਵਾਲੇ ਡਾਇਰੈਕਟਰ ਸਿਰਫ ਮੀਟਿੰਗ ਲਈ ਹੁੰਦੇ ਨੇ, ਮੀਟਿੰਗ 'ਚ ਕੋਈ ਪਰਸਨ ਨਹੀਂ ਆ ਸਕਿਆ, ਉਹਨੇ ਆਪਣੀ ਜਗ੍ਹਾ ਪ੍ਰੋਕਸੀ ਭੇਜਤਾ, ਉੱਦਾਂ ਡਾਇਰੈਕਟਰ ਨੂੰ ਅਸੀਂ ਨੋਮੀਨੀ ਡਾਇਰੈਕਟਰਸ ਕਹਾਂਗੇ। ਪ੍ਰੋਕਸੀ ਨੂੰ ਵੀ ਮੀਨਸ ਉਹਦਾ ਰਿਪਰੈਜ਼ੈਂਟੇਟਿਵ ਹੀ ਕਹਿੰਦੇ ਨੇ। ਇੰਡੀਪੈਂਡੈਂਟ ਡਾਇਰੈਕਟਰਸ। ਇੰਡੀਪੈਂਡੈਂਟ ਡਾਇਰੈਕਟਰ ਜਿਹੜੇ ਕਿਸੇ ਡਾਇਰੈਕਟਰ ਦੇ ਉੱਪਰ ਡਿਪੈਂਡ ਨਹੀਂ ਹੁੰਦੇ, ਆਪਣੀ ਮਨਮਰਜ਼ੀ ਨਾਲ ਜੀ ਰੂਲਸ ਐਂਡ ਰੈਗੂਲੇਸ਼ਨ ਬਣਾਏ ਔਰ ਆਪਣੀ ਮਨਮਰਜ਼ੀ ਨਾਲ ਉਹਨਾਂ ਨੇ ਕੰਮ ਕੰਪਲੀਟ ਕਰਾਇਆ, ਲੇਕਿਨ ਹਮੇਸ਼ਾ ਕੰਮ ਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਨੇ, ਉਹਨਾਂ ਨੂੰ ਇਹ ਹੁੰਦਾ ਕੰਮ ਕੰਪਨੀ ਦਾ ਕੰਮ ਜੋ ਹੈ ਕੰਪਲੀਟ ਕਰਨਾ ਹੈ, ਤਾਂ ਇੱਦਾਂ ਡਾਇਰੈਕਟਰ ਨੂੰ ਅਸੀਂ ਕਹਾਂਗੇ ਇੰਡੀਪੈਂਡੈਂਟ ਡਾਇਰੈਕਟਰਸ। ਫਿਰ ਸਾਡੇ ਕੋਲ ਹੈਗੇ ਆ ਪਾਵਰਸ ਐਂਡ ਲਾਇਬਿਲਿਟੀਜ਼ ਆਫ ਦੀ ਡਾਇਰੈਕਟਰਸ। ਡਾਇਰੈਕਟਰਸ ਕਹਿੰਦਾ ਕੰਪਨੀ ਦੇ ਬੋਰਡ ਆਫ ਮੈਂਬਰਸ ਹੁੰਦੇ, ਕਿਉਂਕਿ ਇਹਨਾਂ ਨੇ ਪਾਵਰਸ ਕਿੱਥੇ ਅਲੱਗ ਤੋਂ ਲਿਖਿਆ ਨਹੀਂ ਹੈਗੀਆਂ, ਅਸੀਂ ਪਾਵਰਸ ਲਈ ਪੁਆਇੰਟ ਕੀ ਬਣਾਵਾਂਗੇ। ਸਭ ਤੋਂ ਪਹਿਲਾਂ ਦੀ ਪਾਵਰਸ ਹੁੰਦੀ ਹੈ ਵੀ ਡਿਸੀਜਨ ਮੇਕਿੰਗ ਅਥਾਰਟੀ ਹੁੰਦੀ ਹੈ, ਇਹਨਾਂ ਨੇ ਹਰ ਜਗ੍ਹਾ ਡਿਸੀਜਨ ਬਣਾਉਣੇ ਹੁੰਦੇ ਨੇ। ਦੂਸਰਾ, ਇਹਨਾਂ ਕੋਲ ਵੋਟਿੰਗ ਰਾਈਟਸ ਹੁੰਦੇ ਨੇ, ਇਹ ਇਹਨਾਂ ਦੀ ਪਾਵਰਸ ਹੁੰਦੀਆਂ ਨੇ, ਕਿਉਂਕਿ ਜਦੋਂ ਵੀ ਮੀਟਿੰਗਸ ਹੋਣਗੇ ਤਾਂ ਇਹ ਵੋਟਿੰਗ ਜ਼ਰੂਰ ਕਰਨਗੇ। ਇਹਨਾਂ ਕੋਲ ਆਪਣੀਆਂ ਸਪੈਸੀਫਿਕ ਰਿਸਪੌਂਸਿਬਿਲਿਟੀਜ਼ ਪਹਿਲਾਂ ਤੋਂ ਹੀ ਸੈਟਅਪ ਹੁੰਦੀਆਂ ਨੇ, ਹਰੇਕ ਡਾਇਰੈਕਟਰ ਦੀਆਂ ਰਿਸਪੌਂਸਿਬਿਲਿਟੀਜ਼ ਨੇ, ਉਹਨਾਂ ਨੇ ਵੀ ਕੰਪਲੀਟ ਕਰਨੀਆਂ ਹੁੰਦੀਆਂ ਨੇ। ਡਾਇਰੈਕਟਰ ਕਹਿੰਦਾ ਕੰਪਨੀ ਦੇ ਵਿੱਚ ਕਹਿੰਦਾ ਇਨਸਾਈਡਰ ਔਰ ਆਊਟਸਾਈਡਰ ਦੋ ਹੋ ਸਕਦੇ ਨੇ, ਇਹ ਵੀ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਪਾਵਰਸ, ਕੋਈ ਇਹ ਜ਼ਰੂਰੀ ਨਹੀਂ ਹੈ, ਕੰਪਨੀ ਦੇ ਵਿੱਚ ਜ਼ਰੂਰੀ ਹੈ। ਡਾਇਰੈਕਟਰ ਹਮੇਸ਼ਾ ਕਹਿੰਦਾ ਕੰਪਨੀ 'ਚ ਇੰਡੀਪੈਂਡੈਂਟ ਹੁੰਦੇ ਨੇ, ਇਹਨਾਂ ਨੇ ਕਿਸੇ ਤੋਂ ਵੀ ਕੋਈ ਰਿਪੋਰਟਸ ਲੈਣੀ ਹੈ, ਕਿਸੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ, ਈਜ਼ਲੀ ਬੇਸਨ ਲੈ ਸਕਦੇ ਨੇ, ਕਿਸੇ ਤੋਂ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ, ਕਿਸੇ ਪਰਸਨ ਨੂੰ ਹਟਾਉਣਾ ਹੈ, ਕਿਸੇ ਪਰਸਨ ਨੂੰ ਰੱਖਣਾ ਹੈ, ਡਾਇਰੈਕਟਰ ਦੀ ਪ੍ਰੋਪਰ ਇੰਡੀਪੈਂਡੈਂਸ ਹੀ ਹੁੰਦੀ ਹੈ, ਮੀਨਸ ਕਿਸੇ ਤੋਂ ਕੋਈ ਬਰਡਨ ਨਹੀਂ ਹੁੰਦਾ ਇਹਨਾਂ ਦਾ। ਕੰਪਨੀ ਦੇ ਵਿੱਚ ਕਹਿੰਦਾ ਅਸੀਂ ਡਾਇਰੈਕਟਰ ਦੀ ਗੱਲ ਕਰੀਏ ਤਾਂ ਇਹ ਜੁਰੀਡਿਕਸ਼ਨ ਦਾ ਕੰਮ ਵੀ ਇਹੀ ਕਰਦੇ ਹੈਗੇ ਨੇ। ਮੀਨਸ ਜੁਰੀਡਿਕਸ਼ਨ ਦਾ ਮਤਲਬ ਮੈਨੂੰ ਜਿਵੇਂ ਪਹਿਲਾਂ ਕਿ ਕਿਸੇ ਪਰਸਨ ਨਾਲ ਨਿਆਂ ਕਰਨਾ ਹੈਗਾ, ਕਿਤੇ ਕੋਈ ਰੋਲਾ ਰੱਪਾ ਪਿਆ ਕੰਪਨੀ ਦੇ ਵਿੱਚ, ਤਾਂ ਬੋਰਡ ਆਫ ਡਾਇਰੈਕਟਰਸ ਹੀ ਡਿਸਾਈਡ ਕਰਦੇ ਨੇ ਵੀ ਅਸੀਂ ਕਿਸੇ ਨਾਲ ਕਿੱਦਾਂ ਸਾਡੇ ਕਿਸੇ ਨਾਲ ਕੋਈ ਭੇਦਭਾਵ, ਕਿਸੇ ਨਾਲ ਕੋਈ ਮੀਨਸ ਨੈਪੋਟੀਸ਼ਨ ਕੁਝ ਵੀ ਇੱਦਾਂ ਨਹੀਂ ਕਰੇ, ਰੰਗ ਦੇ ਹਿਸਾਬ ਨਾਲ ਕਿਸੇ ਪਰਸਨ ਨੂੰ ਨਹੀਂ ਫਸਾਇਆ ਜਾਂਦਾ ਹੈਗਾ, ਪ੍ਰੋਪਰ ਸਭ ਨੂੰ ਇਕੁਅਲ ਫੇਅਰ ਵੇਜਿਸ ਦੇ ਕੇ ਸਾਰਾ ਦਾ ਕੰਮ ਕੰਪਲੀਟ ਕਰਵਾਉਂਦੇ ਨੇ ਡਾਇਰੈਕਟਰਸ, ਉਹਨਾਂ ਦੀ ਪਾਵਰਸ ਹੁੰਦੀਆਂ ਨੇ। ਉਸ ਤੋਂ ਬਾਅਦ ਡਾਇਰੈਕਟਰਸ ਦੀਆਂ ਲਾਇਬਿਲਿਟੀਜ਼।
ਡਾਇਰੈਕਟਰ ਦੀਆਂ ਕਹਿੰਦਾ ਲਾਇਬਿਲਿਟੀਜ਼ ਜਿਹੜੀਆਂ ਨੇ ਡਾਇਰੈਕਟਰ ਦੇ ਕੰਮ ਦੇ ਉੱਪਰ ਹੀ ਡਿਪੈਂਡ ਕਰਦੀਆਂ ਹੈਗੇ ਨੇ। ਜਿਵੇਂ ਦੀ ਕੰਪਨੀ ਹੋਊਗੀ, ਜਿਵੇਂ ਦਾ ਉਹਦੇ ਕੰਮ ਕਰ ਰਹੇਗਾ, ਜਿਵੇਂ ਦੇ ਰੂਲਸ ਉਹਦੇ ਤੇ ਅਪਲਾਈ ਹੋਣਗੇ, ਉਹਦੀਆਂ ਲਾਇਬਿਲਿਟੀਜ਼ ਉਹਦੇ ਤੇ ਹੀ ਪਲਾਨ ਹੋਣੀਆਂ। ਮੋਸਟਲੀ ਮੇਨ ਡਾਇਰੈਕਟਰ ਦੀਆਂ ਜਿਹੜੇ ਮੇਨ ਲਾਇਬਿਲਿਟੀਜ਼ ਜਾਂ ਡਿਊਟੀਜ਼ ਹੁੰਦੀਆਂ ਨੇ ਉਹ ਹੁੰਦੀਆਂ ਨੇ, ਉਹਨਾਂ ਨੇ ਕੰਪਨੀ ਦੇ ਫਾਈਨੈਂਸ਼ੀਅਲ ਸਟੇਟ ਬਣਾਉਣੀਆਂ, ਸਾਰੇ ਮੈਂਬਰ ਦਾ ਫੇਥ ਬਣਾ ਕੇ ਰੱਖਣੇ, ਉਹ ਉਹਦੀ ਡਿਊਟੀਜ਼ ਦੇ ਵਿੱਚ ਆਉਂਦੇ ਨੇ। ਲਾਇਬਿਲਿਟੀਜ਼ ਤਾਂ ਉਹਦੇ ਕੰਮ ਦੇ ਅਕੋਰਡਿੰਗ ਹੀ ਡਿਪੈਂਡ ਕਰਦੀਆਂ ਨੇ। ਅਗਰ ਉਹ ਕੰਮ ਕੰਪਲੀਟ ਨਹੀਂ ਕਰਵਾ ਪਾਇਆ ਤਾਂ ਜੁਰਮਾਨਾ ਲੱਗੂਗਾ, ਜਾਂ ਫਾਈਨੈਂਸ਼ੀਅਲ ਸਟੇਟ ਨਹੀਂ ਬਣਵਾ ਪਾਇਆ ਜੁਰਮਾਨਾ ਲੱਗੂਗਾ। ਉਹ ਡਿਪੈਂਡ ਕਰਦਾ ਹੈ ਹਰੇਕ ਡਾਇਰੈਕਟਰ ਦੇ ਕੰਮ ਦੇ ਅਕੋਰਡਿੰਗ। ਡਾਇਰੈਕਟਰ ਦੀਆਂ ਡਿਊਟੀਜ਼, ਸਭ ਤੋਂ ਪਹਿਲਾਂ ਜਿਹੜੀਆਂ ਡਿਊਟੀਜ਼ ਦੋ ਪ੍ਰਕਾਰ ਦੀਆਂ ਨੇ, ਸਟੇਚਰੀ ਔਰ ਜਨਰਲ ਡਿਊਟੀ। ਸਟੇਚਰੀ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਡਿਊਟੀ ਨੇ। ਸਭ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਫਾਈਲ ਆਫ ਰਿਟਰਨ ਆਫ ਅਲੋਟਮੈਂਟ, ਜਿੰਨੇ ਉਹਨਾਂ ਨੇ ਸ਼ੇਅਰ ਇਸ਼ੂ ਕੀਤੇ 30 ਦਿਨ ਦੇ ਅੰਦਰ ਰਜਿਸਟਰ ਕੋਲ ਕਹਿੰਦਾ ਫਾਈਲ ਜ਼ਰੂਰ ਸਬਮਿਟ ਹੋਣੀ ਚਾਹੀਦੀ ਹੈਗੀ ਹੈ। ਨੋਟ ਟੂ ਇਸ਼ੂ ਇਰਰੀਡੀਮੇਬਲ, ਇਦਾਂ ਦੇ ਕੋਈ ਰਿਡੀਮੇਬਲ ਤਾਂ ਸਮਝਦੇ ਮਤਲਬ ਨਾ ਜਿਹੜੇ ਸ਼ੇਅਰ ਕੁਝ ਟਾਈਮ ਬਾਅਦ ਵਾਪਸ ਲੈ ਲਏ ਜਾਂਦੇ ਨੇ। ਇਰਰੀਡੀਮੇਬਲ ਪ੍ਰੈਫਰੈਂਸ ਸ਼ੇਅਰ ਕੰਪਨੀ ਕਦੀ ਵੀ ਇਸ਼ੂ ਨਹੀਂ ਕਰਵਾਉਗੀ। ਡਾਇਰੈਕਟਰ ਦੀ ਇਹ ਜ਼ਿੰਮੇਵਾਰੀ ਹੈ ਵੀ ਤੁਸੀਂ ਕਿਸੇ ਨੂੰ ਪ੍ਰੈਫਰੈਂਸ ਸ਼ੇਅਰ ਇਸ਼ੂ ਕਰ ਦਿਓ ਔਰ ਉਹਦਾ ਵਾਪਸ ਲੈਣ ਦਾ ਕੋਈ ਟਾਈਮ ਹੀ ਨਾ ਹੋਵੇ। ਤੁਸੀਂ ਕਹੋਗੇ ਲਗਾਤਾਰ ਇਦਾਂ ਚੱਲ ਜਾਣਗੇ, ਕਦੇ ਵੀ ਨਹੀਂ। ਕੰਪਨੀ ਜਦੋਂ ਵੀ ਪ੍ਰੈਫਰੈਂਸ ਸ਼ੇਅਰ ਇਸ਼ੂ ਕਰਦੀ ਹੈ ਉਹਨਾਂ ਨੂੰ ਰਿਡੀਮ ਉਹਨਾਂ ਨੂੰ ਟਾਈਮ ਬਾਅਦ ਕਰਨਾ ਹੀ ਪੈਂਦਾ ਹੈਗਾ, ਕਿਉਂਕਿ ਪ੍ਰੈਫਰੈਂਸ ਸ਼ੇਅਰ ਦੇ ਵਿੱਚ ਟਾਈਮ ਵੀ ਹੁੰਦਾ ਸ਼ਾਇਦ 10 ਸਾਲ। ਇਹਨਾਂ ਨੇ ਵੀ ਲਿਖਿਆ ਹੋਇਆ 10 ਸਾਲ ਤੱਕ ਕਹਿੰਦਾ ਤੁਸੀਂ ਸ਼ੇਅਰ ਰਿਡੀਮੇਬਲ ਰੱਖ ਸਕਦੇ ਹੋ, ਉਹਨਾਂ ਨੂੰ 10 ਸਾਲ ਬਾਅਦ ਖਤਮ ਕਰਨਾ ਦੇਵੇ। ਪ੍ਰੈਫਰੈਂਸ ਸ਼ੇਅਰ ਦਾ ਕੰਪਨੀ ਦੇ ਉੱਪਰ ਕੀ ਹੁੰਦਾ, ਬਰਡਨ ਹੁੰਦਾ। ਉਹਨਾਂ ਨੂੰ ਪ੍ਰੋਫਿਟ ਹੋਵੇ ਲਾਸ ਹੋਵੇ ਕੰਪਨੀ ਨੂੰ ਪੈਸਾ ਜ਼ਰੂਰ ਦੇਣਾ ਪੈਂਦਾ ਹੁੰਦਾ। ਤਾਂ ਕੰਪਨੀ ਕੋਸ਼ਿਸ਼ ਕਰਦੀਆਂ ਨੇ ਵੀ ਹਮੇਸ਼ਾ ਜਿਹੜੀ ਕੈਪੀਟਲ ਹੁੰਦੀ ਹੈ ਇਕੁਇਟੀ ਪਲੱਸ ਡਿਬੈਂਚਰ ਨੂੰ ਲੈ ਕੇ ਚੱਲਦੀਆਂ ਨੇ। ਕੁਝ ਕੰਪਨੀਆਂ ਹੁੰਦੀਆਂ ਨੇ ਜਦੋਂ ਪੈਸੇ ਜ਼ਿਆਦਾ ਲੋੜ ਪਈ ਪ੍ਰੈਫਰੈਂਸ ਵਿੱਚ ਐਡ ਕਰ ਲੈਂਦੇ ਨੇ, ਲੇਕਿਨ ਉਹ ਰਿਡੀਮੇਬਲ ਬੇਸ ਤੇ ਰੱਖਦੇ ਨੇ ਉਹਨਾਂ ਨੂੰ। ਟੂ ਡਿਸਕਲੋਜ਼ ਇੰਟਰਸਟ, ਕਹਿੰਦਾ ਡਾਇਰੈਕਟਰ ਦੀ ਇਹ ਵੀ ਜ਼ਰੂਰੀ ਹੈ ਕਿ ਹਰ ਇੱਕ ਕੰਮ ਦੇ ਵਿੱਚ ਆਪਣਾ ਇੰਟਰਸਟ ਦਿਖਾਵੇ। ਪ੍ਰੋਪਰ ਫਾਈਨੈਂਸ਼ੀਅਲ ਬਣਾਉਣੀ ਹੈ, ਇੰਪਲੋਈ ਨੂੰ ਜਿੱਥੇ ਪ੍ਰੋਬਲਮਸ ਆ ਰਹੀਆਂ, ਟ੍ਰੇਨਿੰਗ ਸਟਾਫਿੰਗ, ਹਰੇਕ ਡਿਪਾਰਟਮੈਂਟ 'ਚ ਉਹਦਾ ਇੰਟਰਸਟ ਹੋਣਾ ਚਾਹੀਦਾ। ਜਦੋਂ ਇੰਟਰਸਟ ਕੰਮ ਹੋਊਗਾ ਤਾਂ ਇਜ਼ੀਲੀ ਉਸਦਾ ਕੰਮ ਕੰਪਲੀਟ ਹੋ ਜਾਣਗੇ। ਡਿਸਕਲੋਜ਼ ਰਿਸਿਪਟ ਫॉर ट्रांसफर ऑफ द प्रॉपर्टी, ਕਿਸੇ ਪ੍ਰਕਾਰ ਦੀ ਕੋਈ ਪ੍ਰਾਪਰਟੀ ਕਿਤੇ ਵੀ ਟ੍ਰਾਂਸਫਰ ਹੋਈ ਹੈ ਜਾਂ ਖਰੀਦੀ ਹੈ ਜਾਂ ਸੇਲ ਕੀਤੀ ਹੈ, ਉਹਦੀ ਪ੍ਰੋਪਰ ਰਿਸਿਪਟਸ ਹੋਣੀ ਚਾਹੀਦੀਆਂ ਔਰ ਉਹਦੀ ਡਿਸਕਲੋਜ਼ਰ ਵੀ ਹੋਣੀ ਚਾਹੀਦੀ ਹੈ। ਕੋਈ ਬੰਦਾ ਅਗਰ ਦੇਖਣਾ ਚਾਹੁੰਦਾ ਹੈ ਰਿਸਿਪਟਸ ਵਗੈਰਾ ਦਾ, ਡਾਇਰੈਕਟਰ ਨੂੰ ਜ਼ਰੂਰ ਦਿਖਾਵੇ। ਨਹੀਂ ਕਹਿ ਸਕਦਾ ਨਹੀਂ ਅਸੀਂ ਜੋ ਕੰਮ ਕਰ ਲਿਆ ਬਿਲਕੁਲ ਸਹੀ, ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ। ਡਿਸਕਲੋਜ਼ ਰਿਸਿਪਟ ਆਫ ਕੰਪਨਸੇਸ਼ਨ ਫਰਮ ਟ੍ਰਾਂਸਫਰ ਆਫ ਸ਼ੇਅਰਸ, ਕਿਸੇ ਪ੍ਰਕਾਰ ਦੇ ਕਿਸੇ ਬੰਦੇ ਨੂੰ ਸ਼ੇਅਰ ਉਹਨੇ ਟ੍ਰਾਂਸਫਰ ਕਰਵਾਉਣੇ ਡਾਇਰੈਕਟਰਸ ਨੇ, ਅਗਰ ਕੋਈ ਕੰਪਨਸੇਸ਼ਨ ਮੁਆਵਜ਼ਾ ਮਿਲਿਆ ਹੈ ਤਾਂ ਉਹ ਵੀ ਪ੍ਰੋਪਰ ਸਭ ਨੂੰ ਜ਼ਰੂਰ ਦੱਸਣਾ ਪਊਗਾ ਬੋਰਡ ਆਫ ਮੀਟਿੰਗ ਦੇ ਵਿੱਚ। ਡਾਇਰੈਕਟਰ ਦੀ ਜ਼ਿੰਮੇਵਾਰੀ ਹੈ। ਇਹ ਨਹੀਂ ਕਹਿ ਸਕਦੇ ਵੀ ਅੰਦਰ ਪੈਸੇ ਲੈ ਕੇ ਖਤਮ ਕਰਦਾ ਕੰਮ, ਇਦਾਂ ਦਾ ਨਹੀਂ ਹੋਣਾ ਚਾਹੀਦਾ ਹੈਗਾ। ਸਮ ਅਦਰ ਡਿਊਟੀਜ਼ ਕਹਿੰਦਾ ਕੰਪਨੀ ਜਨਰਲ ਮੀਟਿੰਗ ਰਖਵਾਉਣੀਆਂ, ਐਨੂਅਲ ਜਨਰਲ ਮੀਟਿੰਗ ਰਖਵਾਉਣੀ, ਐਨੂਅਲ ਜਨਰਲ ਅਕਾਊਂਟਸ ਬਣਵਾਉਣੇ ਜਾਂ ਕੰਪਨੀ ਦੀ ਡੈਕਲੇਰੇਸ਼ਨ ਆਫ ਸੋਲਵੈਂਸੀ। ਇਹ ਵੀ ਸਾਰਾ ਕੁਝ ਕੰਮ ਜੋ ਹੈ ਸਟੇਚੂਟਰੀ ਡਿਊਟੀਜ਼ ਨੇ ਇੱਕ ਡਾਇਰੈਕਟਰ ਦੀ ਉਹਨੂੰ ਕੰਪਲੀਟ ਕਰਵਾਉਣੀਆਂ ਪੈਣਗੀਆਂ। ਉਸ ਤੋਂ ਬਾਅਦ ਹੈਗੀਆਂ ਜਨਰਲ ਡਿਊਟੀਜ਼ ਨੇ ਕੰਪਨੀ ਦੇ ਵਿੱਚ ਹਰ ਇੱਕ ਡਾਇਰੈਕਟਰ ਲਈ ਜ਼ਰੂਰੀ ਹੋਣਗੇ। ਸਭ ਤੋਂ ਪਹਿਲਾਂ ਡਿਊਟੀ ਆਫ ਗੁੱਡ ਫੇਥ, ਕੰਪਨੀ ਦੇ ਵਿੱਚ ਸਭ ਦੇ ਨਾਲ ਗੁੱਡ ਫੇਥ ਬਣਾ ਕੇ ਰੱਖਣਾ, ਮੀਨ ਸਭ ਨੂੰ ਆਪਣੀ ਫੈਮਿਲੀ ਮੈਂਬਰ ਦੇ ਨਾਲ ਟ੍ਰੀਟ ਕਰਨਾ ਔਰ ਸਾਰੇ ਮੈਂਬਰ ਜੋ ਹੈ ਵਿਸ਼ਵਾਸ ਵੀ ਕਰਨ ਕਿ ਸਾਡਾ ਡਾਇਰੈਕਟਰ ਜੋ ਹੈ ਜੋ ਕੰਮ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ। ਬਹੁਤ ਸਾਰੀ ਕੰਪਨੀਆਂ ਇਹ ਪ੍ਰੋਬਲਮਸ ਹੁੰਦੀਆਂ ਡਾਇਰੈਕਟਰਸ ਨੂੰ ਇੰਪਲੋਈਜ਼ ਦਾ ਜਿਵੇਂ ਲੀਗਲ ਇਸ਼ੂ ਚੱਲਦੇ ਰਹਿੰਦੇ ਜਾਂ ਕੁਝ ਨਾ ਚੱਲਦੇ ਨੇ, ਡਾਇਰੈਕਟਰ ਬੈਸਟ ਨਹੀਂ ਹੈਗਾ, ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਉਸ ਤੋਂ ਬਾਅਦ ਡਿਊਟੀ ਆਫ ਕੇਅਰ ਦਾ ਮਤਲਬ ਕੀ ਹੋਊਗੀ, ਜਿੱਥੇ ਹਰੇਕ ਪਰਸਨ ਨੂੰ ਜੋ ਜ਼ਿੰਮੇਵਾਰੀਆਂ ਬਣਦੀਆਂ ਨੇ ਜਾਂ ਜੋ ਰਿਸਪੌਂਸਿਬਿਲਿਟੀ ਡਾਇਰੈਕਟਰ ਦੀ ਬਣਦੀਆਂ ਨੇ, ਮੀਨਸ ਲੇਬਰ ਲਾ ਦੇ ਅਕੋਰਡਿੰਗ ਜੋ ਰੂਲਸ ਨੇ ਸਾਰੇ ਲੇਬਰ ਨੂੰ ਪ੍ਰੋਵਾਈਡ ਕਰਨਾ, ਜੋ ਕੰਪਨੀ 'ਚ ਹੋਰ ਮੈਨੇਜਰ ਸੁਪਰਵਾਈਜ਼ਰ ਜੋ ਉਹਨਾਂ ਨੂੰ ਫੈਸਿਲਿਟੀਜ਼ ਦੇਣੀ ਚਾਹੀਦੀ ਪ੍ਰੋਪਰ ਟਾਈਮਲੀ ਕੰਪਲੀਟ ਕਰਨੀਆਂ। ਕਿਉਂਕਿ ਹਰ ਜਗ੍ਹਾ ਡਾਇਰੈਕਟਰ ਜਦੋਂ ਨਾਲ ਖੜਦਾ ਹੁੰਦਾ ਕੇਅਰ ਕਰਦਾ ਹੈ ਹਰੇਕ ਜੋ ਅਗਰ ਇੰਪਲੋਈਜ਼ ਹੈ ਤਾਂ ਕੰਪਨੀਜ਼ ਹੈ, ਉੱਥੇ ਹਰ ਜਗ੍ਹਾ ਇਹ ਗੱਲ ਕਹੀ ਜਾਂਦੀ ਹੈ ਇੰਪਲੋਈਜ਼ ਤਾਂ ਕੰਪਨੀਜ਼ ਹੈ। ਅਗਰ ਇੰਪਲੋਈਜ਼ ਲਈ ਪ੍ਰੋਪਰ ਕੇਅਰ ਕਰੀ ਜਾਊਗੀ ਕੰਪਨੀ ਤਾਂ ਅੱਗੇ ਪ੍ਰੋਪਰ ਤਰੀਕੇ ਨਾਲ ਕੰਮ ਕੰਪਨੀ ਐਕਸਪੈਂਡ ਕਰ ਸਕਦੀ ਹੈ, ਫਲੈਕਸੀਬਲ ਹੋ ਸਕਦੀ ਹੈ। ਡਿਊਟੀ ਟੂ ਅਟੈਂਡ ਬੋਰਡ ਮੀਟਿੰਗ, ਡਾਇਰੈਕਟਰ ਦੀ ਇਹ ਵੀ ਜ਼ਰੂਰੀ ਕਹਿੰਦਾ ਇੱਕ ਡਿਊਟੀ ਹੈਗੀ ਹੈ, ਰਿਸਪੌਂਸਿਬਿਲਿਟੀ ਹੈ ਕਿ ਉਹ ਬੋਰਡ ਆਫ ਮੀਟਿੰਗ ਦੇ ਵਿੱਚ ਜ਼ਰੂਰ ਆਵੇ, ਕਿਉਂਕਿ ਬੋਰਡ ਆਫ ਮੀਟਿੰਗ ਦੇ ਵਿੱਚ ਉਹਦੇ ਅਕੋਰਡਿੰਗ ਹੀ ਸਾਰੇ ਰੂਲ ਪਾਸ ਹੋਣੇ ਨੇ, ਜੋ ਵੀ ਏਜੰਡਾ ਪਾਸ ਹੋਣਾ ਜਾਂ ਰੈਜੂਲੇਸ਼ਨ ਪਾਸ ਹੋਣਾ ਉਹਦੇ ਥਰੂ ਹੀ ਹੋਣਾ ਹੈਗਾ। ਡਿਊਟੀ ਨੋਟ ਟੂ ਡੈਲੀਗੇਟ, ਡਾਇਰੈਕਟਰ ਦੀ ਇਹ ਵੀ ਇੱਕ ਡਿਊਟੀ ਹੈਗੀ ਕਿ ਆਪਣੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੇ। ਬਹੁਤ ਰੇਅਰ ਕੰਡੀਸ਼ਨ ਨੇ ਵੀ ਜਿੱਥੇ ਜਾਣਾ ਬਹੁਤ ਜ਼ਿਆਦਾ ਐਮਰਜੈਂਸੀ ਹੈ, ਜਿਵੇਂ ਮੰਨ ਲਓ ਕਿ ਡੈਥ ਦਾ ਕੇਸ ਹੋ ਗਿਆ ਜਾਂ ਕੋਈ ਫੈਮਿਲੀ ਮੈਂਬਰ ਬਹੁਤ ਜ਼ਿਆਦਾ ਪ੍ਰੋਬਲਮਸ ਨੇ, ਫਿਰ ਡਾਇਰੈਕਟਰ ਆਪਣੀ ਜਗ੍ਹਾ ਕਿਸੇ ਪ੍ਰੋਕਸੀ ਪਰਸਨ ਨੂੰ ਭੇਜ ਸਕਦੇ ਨੇ, ਲੇਕਿਨ ਆਪਣੀ ਰਿਸਪੌਂਸਿਬਿਲਿਟੀ ਕਿਸੇ ਹੋਰ ਪਰਸਨ ਨੂੰ ਦੇਣ ਇਹ ਜ਼ਰੂਰੀ ਨਹੀਂ, ਕਹਿੰਦਾ ਆਪਣੀ ਡਿਊਟੀਜ਼ ਉਹਨਾਂ ਨੂੰ ਆਪ ਹੀ ਕੰਪਲੀਟ ਕਰਨੀ ਪੈਂਦੀਆਂ ਨੇ। ਸਮ ਅਦਰ ਡਿਊਟੀਜ਼ ਦੁਆਰਾ ਫਿਰ ਹੀ ਹੋ ਗਿਆ ਪ੍ਰੋਫਿਟ ਐਂਡ ਲਾਸ ਅਕਾਊਂਟਸ ਬਣਾਉਣੇ, ਬੈਲੈਂਸ ਸ਼ੀਟਸ ਬਣਾਉਣੀਆਂ, ਐਨੂਅਲ ਜਨਰਲ ਮੀਟਿੰਗ ਰਖਾਉਣੀ ਹੈ, ਉਹਦੇ ਵਿੱਚ ਸਾਰਾ ਡਾਟਾ ਟਾਈਮਲੀ ਪੇਸ਼ ਕਰਨਾ। ਅਗਰ ਕੋਈ ਕਲਾਸ ਮੀਟਿੰਗ ਜਾਂ ਐਮਰਜੈਂਸੀ ਮੀਟਿੰਗ ਰੱਖੀ ਹੈ ਤਾਂ ਘੱਟੋ ਘੱਟ 14 ਡੇਜ਼ ਪਹਿਲੇ ਸਾਰੇ ਸ਼ੇਅਰ ਹੋਲਡਰਸ ਨੂੰ ਜ਼ਰੂਰ ਇੱਕ ਨੋਟਿਸ ਭੇਜਣਾ ਵੀ ਅਸੀਂ ਸਾਡੀ ਕੰਪਨੀ ਦੀ ਮੀਟਿੰਗ ਹੈਗੀ, ਉਹ ਮੀਟਿੰਗ ਅਸੀਂ ਕੰਪਲੀਟ ਕਰਵਾਉਣੀ, ਉਹਦੇ ਸਾਡਾ ਏਜੰਡਾ ਕੀ ਹੈ ਉਹਦੇ ਲਈ ਅਸੀਂ ਪਹਿਲਾਂ ਤੋਂ ਹੀ ਸਭ ਤੋਂ ਰੂਟਿੰਗ ਸਭ ਨੂੰ ਇੱਕ ਟੌਪਿਕ ਦੇ ਦਾਂਗੇ, ਉਸ ਬੇਸ ਤੇ ਪਹਿਲਾਂ ਹੀ ਆਪਣੀ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ ਸਾਰੇ ਜਾਣੇ। ਰੋਲ ਆਫ ਬੋਰਡ ਆਫ ਡਾਇਰੈਕਟਰਸ, ਕੰਪਨੀ ਕਹਿੰਦਾ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਦਾ ਰੋਲ ਕੀ ਹੁੰਦਾ। ਬੋਰਡ ਆਫ ਡਾਇਰੈਕਟਰ ਕਹਿੰਦਾ ਸ਼ੇਅਰ ਹੋਲਡਰ ਰਿਪਰੈਜ਼ੈਂਟੇਟਿਵ ਹੁੰਦੇ ਨੇ, ਸ਼ੇਅਰ ਹੋਲਡਰਸ ਦੇ ਵਿੱਚੋਂ ਹੀ ਕੋਈ ਨਾ ਕੋਈ ਡਾਇਰੈਕਟਰਸ ਬਣਿਆ ਹੁੰਦਾ ਹੈ, ਠੀਕ ਹੈ, ਉਹਦੇ ਵਿੱਚੋਂ ਡਾਇਰੈਕਟਰ ਨਿਕਲ ਕੇ ਆਉਂਦੇ ਨੇ। ਜਦੋਂ ਵੀ ਕੰਪਨੀ 'ਚ ਕੋਈ ਡਾਇਰੈਕਟਰ ਹੋਊਗਾ ਉਹਨੂੰ ਜ਼ਰੂਰੀ ਹੈ ਕਹਿੰਦਾ ਇੱਕ ਤਾਂ ਪਹਿਲਾਂ ਕੰਪਨੀ 'ਚ ਇੰਡੀਅਨ ਕੰਪਨੀ ਹੋਣੀ ਚਾਹੀਦੀ ਹੈ, ਉਹ ਇੰਡੀਅਨ ਕੰਪਨੀ ਦਾ ਇੰਡੀਅਨ ਡਾਇਰੈਕਟਰ ਹੋਊਗਾ।
ਉਹਦੇ ਰੋਲਸ ਇਹ ਹੈਗੇ ਨੇ ਕਿ ਇੱਕ ਤਰ੍ਹਾਂ ਦੀ ਕੋਈ ਸੀਨੀਅਰ ਮੈਨੇਜਮੈਂਟ ਦੇ ਨਾਲ ਡੀਲ ਕਰਦੇ ਹੈਗੇ ਨੇ, ਜੋ ਵੀ ਇਨਫੋਰਮੇਸ਼ਨ ਉੱਪਰੋਂ ਆਉਂਦੀ ਹੈ ਅੱਗੇ ਦਿੰਦੇ ਹੈਗੇ ਨੇ, ਰਿਸਕ ਨੂੰ ਅਸੈਸ ਕਰਦੇ ਹੈਗੇ ਨੇ, ਰਿਸਕ ਨੂੰ ਅਸੈਸ ਕਰਕੇ ਉਹਨਾਂ ਨੂੰ ਮੈਨੇਜ ਕਰਦੇ ਨੇ ਜਿੱਥੇ ਜਿਸ ਪ੍ਰਕਾਰ ਦੇ ਰਿਸਕ ਹੋਣਗੇ। ਪਲੱਸ ਕੰਪਨੀ ਦੇ ਵਿੱਚ ਇੱਕ ਨੈਟਵਰਕ ਸਿਸਟਮ ਬਣਾ ਕੇ ਚੱਲਦੇ ਨੇ, 올ਡ ਬॉय ਨੈਟਵਰਕ ਇਹਨਾਂ ਦੇ ਵਿੱਚ ਇੱਕ ਲਿਖਿਆ ਹੋਇਆ ਹੈ ਵੀ 올ਡ ਬॉय ਨੈਟਵਰਕ ਸਿਸਟਮ ਜੋ ਪਹਿਲਾਂ ਤੋਂ ਹੀ ਚੱਲੇ ਆ ਰਹੇ, ਟੌਪ ਲੈਵਲ ਤੋਂ ਜੋ ਇਨਫੋਰਮੇਸ਼ਨ ਸਾਰੀਆਂ ਹੋਣਗੀਆਂ, ਜਿਵੇਂ ਐਗਜ਼ੀਕਿਊਟਿਵ ਆਫਿਸਰ ਨੇ ਜੋ ਕੁਝ ਇਨਫੋਰਮੇਸ਼ਨ ਕੰਪਨੀ ਲਈ ਦੇ ਰਹੇ ਨੇ ਉਹਨਾਂ ਨੇ ਉਹ ਕੰਪਨੀ ਦੇ ਵਿੱਚ ਲਾਗੂ ਕਰਨੀ ਹੁੰਦੀ ਹੈ। ਜਿਵੇਂ ਹੁਣ ਐਗਜ਼ਾਮਪਲ ਆਪਾਂ ਲਈਏ ਵੀ ਹੀਰੋਬਾਈ ਅੰਬਾਨੀ ਉਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਹੋਇਆ, ਉਹ ਹਰ ਜਗ੍ਹਾ ਥੋੜੀ ਆ ਪਹੁੰਚਦੇ ਨੇ, ਉਹਨਾਂ ਨੇ ਆਪਣੇ ਬੈ ਕੇ ਆਪਣੀ ਇਨਫੋਰਮੇਸ਼ਨ ਹੋਰ ਇਨਫੋਰਮੇਸ਼ਨ ਲੈਣੀ ਹੁੰਦੀ ਹੈ, ਫਿਰ ਆਪਣਾ ਜਿੱਥੇ ਵੀ ਬੈ ਕੇ ਡਿਸਾਈਡ ਕਰਦੇ ਹੋਣਗੇ ਜਿਵੇਂ ਏਜੰਸੀਜ਼ ਜਾਂ ਕਿਸੇ ਨਾਲ ਅਗਰ ਉਹਨੂੰ ਲੱਗਦਾ ਤਾਂ ਆਪਣੀ ਅਲੱਗ-ਅਲੱਗ ਕੰਪਨੀ ਜੋ ਇਨਫੋਰਮੇਸ਼ਨ ਭੇਜ ਦਿੰਦੇ ਨੇ, ਉਹ ਕਿਉਂਕਿ ਚੀਫ ਐਗਜ਼ੀਕਿਊਟਿਵ ਆਫਿਸਰ ਹੋ ਗਏ, ਲੇਕਿਨ ਅੱਗੇ ਤਾਂ ਬੋਰਡ ਆਫ ਡਾਇਰੈਕਟਰਸ ਹੀ ਕੰਮ ਕਰ ਰਹੇ ਹੁੰਦੇ ਨੇ। ਤੇ ਇਹੀ ਕੰਮ ਸੇਮ ਇਦਾਂ ਹੀ ਹੁੰਦਾ, ਬੋਰਡ ਆਫ ਡਾਇਰੈਕਟਰਸ ਮੀਨਸ ਉਹਨਾਂ ਨੇ ਕਿਸ ਏਰੀਆ ਦੀ ਐਕਸਪਰਟਾਈਜ਼ ਮੀਨਸ ਐਕਸਪਰਟ ਪਰਸਨ ਦੀ ਲੋੜ ਹੈ ਉਹਨਾਂ ਨੂੰ ਫਾਈਂਡ ਕਰਕੇ ਦੇ ਕੇ ਦੇਣਾ, ਜਿੱਥੇ ਕਹਿੰਦਾ ਲੱਗਦਾ ਹੈ ਵੀ ਖੁਦ ਉਹਨਾਂ ਨੂੰ ਸਪੈਸ਼ਲ ਸੈਲਫ ਕੰਟਰੀਬਿਊਟ ਕਰਨਾ ਚਾਹੀਦਾ ਹੈ ਤਾਂ ਉੱਥੇ ਖੁਦ ਪਹੁੰਚ ਕੇ ਆਪਣੀ ਕੰਟਰੀਬਿਊਸ਼ਨ ਦੇਣੀ ਵੀ ਜਿੱਥੇ ਲੱਗਦਾ ਸਾਨੂੰ ਫਾਇਦਾ ਹੋ ਸਕਦਾ ਵੀ ਉੱਥੇ ਜਾ ਕੇ ਕੰਮ ਕੰਪਲੀਟ ਕਰਵਾ ਸਕਦਾ। ਫਿਰ ਹੈਗਾ ਸੋਸ਼ਲ ਪੋਲੀਟੀਕਲ ਲੀਗਲ ਐਸਪੈਕਟਸ ਆਫ ਬੋਰਡ ਰਿਸਪੌਂਸਿਬਿਲਿਟੀ। ਜਿਹੜੇ ਡਾਇਰੈਕਟਰਸ ਹੋਣਗੇ ਕਹਿੰਦਾ ਉਹਨਾਂ ਦੀ ਸੋਸ਼ਲ ਰਿਸਪੌਂਸਿਬਿਲਿਟੀ ਕੀ ਹੈ। ਸਭ ਤੋਂ ਪਹਿਲਾਂ ਸੋਸ਼ਲ ਰਿਸਪੌਂਸਿਬਿਲਿਟੀ ਹੋਊਗੀ ਜਿੰਨੇ ਪਰਸਨਸ ਕੰਮ ਕਰ ਰਹੇ ਨੇ ਉਹ ਪਲੱਸ ਉਹਨਾਂ ਦੀ ਫੈਮਿਲੀ, ਉਹਨਾਂ ਦੀ ਪ੍ਰੋਪਰ ਕੇਅਰ ਕਰਨੀ ਉਹ ਜ਼ਰੂਰੀ ਹੁੰਦੀ ਹੈ ਬੋਰਡ ਆਫ ਡਾਇਰੈਕਟਰਸ ਦੀ। ਲੇਬਰ ਲਾਅ ਦੇ ਵਿੱਚ ਇਹੀ ਹੈਗਾ ਵੀ ਮੰਨ ਲਓ ਕੋਈ ਪਰਸਨ ਜਿਵੇਂ ਡਿਸੇਬਲਮੈਂਟ ਹੋ ਗਈ ਜਾਂ ਕਿਸੇ ਪਰਸਨ ਦੀ ਕੋਈ ਅੰਗ ਬਿਲਕੁਲ ਛੁੱਟ ਗਿਆ, ਪਰਮਾਨੈਂਟ ਕੰਮ ਨਹੀਂ ਕਰ ਸਕਦਾ, ਉਹਦੀ ਫੈਮਿਲੀ ਨੂੰ ਪਲੈਨਿੰਗ ਦੇਣੀ, ਜਾਂ ਕਿਸੇ ਪਰਸਨ ਦੀ ਡੈਥ ਹੋ ਗਈ ਉਹਨਾਂ ਨੂੰ ਬੈਨੀਫਿਟਸ ਦੇਣੇ, ਜਾਂ ਕੋਈ ਹੋਰ ਜਿਵੇਂ ਵੂਮਨ ਇੰਟਰਪ੍ਰੀਨਿਓਰਸ ਵੂਮਨ ਦੇ ਵਿੱਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੋਈ ਫੈਸਿਲਿਟੀਜ਼ ਪ੍ਰੋਵਾਈਡ ਕਰਨੇ, ਸਾਰੀਆਂ ਚੀਜ਼ਾਂ ਫੈਸਿਲਿਟੀ ਪ੍ਰੋਵਾਈਡ ਕਰਨੇ ਸੋਸ਼ਲ ਲੈਵਲ ਤੇ ਹੁੰਦੀਆਂ। ਕੋਈ ਲੇਡੀਜ਼ ਕੰਮ ਕਰ ਰਹੀਆਂ ਉਹਨਾਂ ਦੇ ਬੱਚਿਆਂ ਲਈ ਜਿਵੇਂ ਛੋਟੇ ਜਿਹੇ ਰੂਮ ਬਣਾ ਕੇ ਰੱਖਣੇ, ਉੱਥੇ ਖਿਡੌਣੇ ਵਗੈਰਾ ਰੱਖਣੇ, ਬੱਚੇ ਉੱਥੇ ਖੇਡਦੇ ਖੇਡਦੇ ਰਹਿਣ ਦਾ ਕੰਮ ਕਰਦੇ ਨੇ ਲੇਡੀਜ਼। ਇਹ ਸਾਰੀਆਂ ਜ਼ਿੰਮੇਵਾਰੀਆਂ ਕੰਪਨੀ ਨੂੰ ਸੋਸ਼ਲ। ਉਸ ਤੋਂ ਇਲਾਵਾ ਸੋਸ਼ਲ 'ਚ ਹੁੰਦਾ ਵੀ ਪੋਲਿਊਸ਼ਨ ਨੂੰ ਕੰਟਰੋਲ ਕਰਨਾ, ਪਬਲਿਕ ਜਿੱਥੇ ਤੁਸੀਂ ਕੰਪਨੀ ਲਗਾਈ ਉੱਥੇ ਦੀ ਪਬਲਿਕ ਤੁਹਾਡੇ ਨਾਲ ਫੇਥ ਰਵੇ, ਮੀਨਸ ਪਬਲਿਕ ਤੁਹਾਡੇ ਨਾਲ ਜੁੜੀ ਰਵੇ, ਪਬਲਿਕ ਇਹ ਨਾ ਕਹੇ ਸਾਡੀ ਕੰਪਨੀ ਸਾਨੂੰ ਨੁਕਸਾਨ ਕਰ ਰਹੀ ਹੈ, ਪੋਲਿਊਸ਼ਨ ਕਰ ਰਹੀ ਹੈ, ਸਾਨੂੰ ਪ੍ਰੋਬਲਮਸ ਹੋ ਰਹੀਆਂ ਨੇ, ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਹੈਗੀਆਂ। ਉਸ ਤੋਂ ਬਾਅਦ ਪੋਲੀਟੀਕਲ ਐਂਡ ਲੀਗਲ ਐਸਪੈਕਟਸ। ਪੋਲੀਟੀਕਲ ਐਸਪੈਕਟਸ ਹੋਣਗੇ ਗਵਰਨਮੈਂਟ ਜੋ ਰੂਲ ਬਣਾ ਰਹੀ ਹੈ, ਜੋ ਟਾਈਮਲੀ ਸਾਨੂੰ ਟੈਕਸ ਪੇ ਕਰਨ ਦੀ ਲੋੜ ਹੈ, ਸਾਡੀਆਂ ਜੋ ਰਿਟਰਨਸ ਬਣਦੀਆਂ ਨੇ ਅਸੀਂ ਟਾਈਮਲੀ ਪੇ ਕਰੀਏ। ਲੀਗਲ ਦੇ ਵਿੱਚ ਵੀ ਇਹ ਹੁੰਦਾ ਕਿ ਤੁਹਾਡਾ ਇਨਕਮ ਟੈਕਸ ਜੋ ਬਣਦਾ ਹੈ ਪਲੱਸ ਸੇਲ ਟੈਕਸ ਜੋ ਬਣਦਾ ਉਹ ਟਾਈਮਲੀ ਤੁਸੀਂ ਪੇ ਕਰਦੇ ਚਲੇ ਜਾਓ। ਇਹ ਡਾਇਰੈਕਟਰਸ ਦੀ ਜ਼ਿੰਮੇਵਾਰੀ ਹੁੰਦੇ ਨੇ। ਕੰਪਨੀ ਨੂੰ ਅਗਰ ਬੈਨੀਫਿਟਸ ਚਾਹੀਦੇ ਨੇ ਤਾਂ ਉਹਨਾਂ ਨੂੰ ਇਹ ਸਾਰੇ ਰੂਲਸ ਜੋ ਹੈ ਫੋਲੋ ਕਰਵਾਉਣੇ ਹੀ ਪੈਣਗੇ, ਕਿਉਂਕਿ ਕੰਪਨੀ ਅਗਰ ਕੋਈ ਬੈਨੀਫਿਟ ਲੈਣਾ ਚਾਹੁੰਦੀ ਹੈ, ਗਵਰਨਮੈਂਟਸ ਵੀ ਉਹਨਾਂ ਹੀ ਕੰਪਨੀ ਨੂੰ ਗ੍ਰਾਂਟਸ ਦਿੰਦੀ ਹੈ ਜਿਹੜੀਆਂ ਕੰਪਨੀਜ਼ ਗਵਰਨਮੈਂਟ ਦੇ ਨਾਲ ਡੀਲ ਕਰਦੀਆਂ, ਮੀਨਸ ਗਵਰਨਮੈਂਟ ਦੀ ਹਰ ਜਗ੍ਹਾ ਸਪੋਰਟ ਕਰਦੀਆਂ, ਜਿੱਥੇ ਉਹਨਾਂ ਨੂੰ ਲੱਗਦਾ ਵੀ ਕੰਪਨੀ ਫਾਇਦੇਮੰਦ ਹੈਗੀ ਤਾਂ ਗਵਰਨਮੈਂਟਸ ਉੱਥੇ ਹੀ ਗ੍ਰਾਂਟਸ ਆਲਵੇਜ਼ ਪ੍ਰੋਵਾਈਡ ਕਰਦੀ ਹੈ। ਫਿਰ ਥੋੜਾ ਨੈਕਸਟ ਹੈਗਾ ਵੀ ਰੋਲ ਐਂਡ ਰਿਸਪੌਂਸਿਬਿਲਿਟੀ ਆਫ ਆਡੀਟਰਸ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਕਹਿੰਦਾ ਆਡੀਟਰ ਕੀ ਹੁੰਦੇ ਨੇ ਕੰਪਨੀ 'ਚ। ਆਡੀਟਰ ਉਹ ਪਰਸਨ ਹੁੰਦੇ ਨੇ ਜਿਹੜੇ ਅਪਾਇੰਟ ਕੀਤੇ ਜਾਂਦੇ ਨੇ ਕੰਪਨੀ ਦੇ ਬੁੱਕਸ ਆਫ ਅਕਾਊਂਟਸ ਜਾਂ ਫਿਰ ਜਿੰਨੇ ਵੀ ਤੁਸੀਂ ਬੁੱਕਸ ਬਣਾਈ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਐਗਜ਼ਾਮਿਨ ਕਰਨ ਲਈ, ਤਾਂ ਕਿ ਕੰਪਨੀ ਨੇ ਜੋ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਜਾਂ ਬੈਲੈਂਸ ਸ਼ੀਟ ਬਣਾਈ ਹੈ ਵੀ ਐਕਚੁਅਲ 'ਚ ਫੇਅਰ ਐਂਡ ਟਰੂ ਪਿਕਚਰ ਦਿਖਾ ਰਹੀ ਹੈ ਜਾਂ ਨਹੀਂ ਦਿਖਾ ਰਹੀਆਂ। ਸ਼ੇਅਰ ਹੋਲਡਰ ਆਪਣੇ ਇੰਟਰਸਟ ਲਈ ਆਡਿਟ ਜ਼ਰੂਰ ਕਰਵਾਉਂਦੇ ਨੇ ਕੰਪਨੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਕਿਸੇ ਬੰਦੇ ਨੇ ਕੋਈ ਗੜਬੜ ਤਾਂ ਨਹੀਂ ਕੀਤੀ ਹੈਗੀ ਜਾਂ ਕੰਪਨੀ ਨੇ ਸਾਡੇ ਨਾਲ ਕੋਈ ਧੋਖਾ ਤਾਂ ਨਹੀਂ ਕੀਤਾ ਹੈਗਾ, ਕਿਉਂਕਿ ਜਦੋਂ ਆਡਿਟ ਰਿਪੋਰਟ ਬਣੂਗੀ ਤਾਂ ਆਡਿਟ ਰਿਪੋਰਟ ਦੇ ਉੱਪਰ ਸੀਏ ਵਗੈਰਾ ਸਾਈਨ ਸਭ ਕੁਝ ਕਰਦੇ ਨੇ, ਉਹ ਰਿਪੋਰਟ ਹਰ ਜਗ੍ਹਾ ਵੈਲਿਡ ਵੀ ਹੁੰਦੀਆਂ ਨੇ। ਜਿਹੜੀ ਕੰਪਨੀ ਟਰਨਓਵਰ ਕਿੰਨਾ ਜ਼ਿਆਦਾ ਨਹੀਂ 30 ਲੱਖ ਜਾਂ 40 ਲੱਖ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਕੰਪਨੀ ਨੇ ਆਡਿਟ ਕਰਵਾਉਣਾ ਜ਼ਰੂਰੀ ਹੈ। ਤੁਸੀਂ ਬੈਲੈਂਸ ਸ਼ੀਟ ਬਣਾ ਲਓ, ਬੈਲੈਂਸ ਸ਼ੀਟ ਵਿੱਚ ਕੁਝ ਵੀ ਦਿਖਾਈ ਜਾਓ, ਗਵਰਨਮੈਂਟ ਨੂੰ ਕੀ ਪਤਾ ਲੱਗਣਾ, ਤਾਂ ਆਡਿਟ ਅਗਰ ਸਾਈਨ ਕਰਦੇ ਨੇ ਤਾਂ ਹਰ ਜਗ੍ਹਾ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ, ਆਡਿਟਰ ਦੀ ਹੁੰਦੀ ਹੈ। ਇਹਨਾਂ ਲਿਖਿਆ ਵੀ ਆਡੀਟਿੰਗ ਕੀ ਹੈ, ਸਿਸਟਮੈਟਿਕ ਪ੍ਰੋਸੈਸ ਆਫ ਆਬਜੈਕਟਿਵਲੀ obtaining, evaluating the accounts and financial reports of government, business and entity based on the established criteria। ਗਵਰਨਮੈਂਟ ਸੈੱਟ ਕਰੇ, ਬਿਜ਼ਨਸ ਸੈੱਟ ਕਰੇ ਜਾਂ ਫਿਰ ਕੋਈ ਹੋਰ ਐਂਟੀਟੀ ਜੋ ਵੀ ਕ੍ਰਾਈਟੇਰੀਆ ਦੇ ਅਕੋਰਡਿੰਗ ਆਡਿਟ ਕਰਵਾਉਂਦੇ ਨੇ, ਜੇ ਉਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਚੀਜ਼ ਫਾਈਂਡ ਕਰਨੀ ਹੈ ਕਿ ਤਾਂ ਇੱਦਾਂ ਦੀ ਜਦੋਂ ਪ੍ਰੋਸੈਸ ਕੀਤਾ ਬੁੱਕਸ ਆਫ ਅਕਾਊਂਟਸ ਚੈੱਕ ਕੀਤੇ ਜਾਂਦੇ ਨੇ ਉਹਨਾਂ ਨੂੰ ਉਸ ਪ੍ਰੋਸੈਸ ਨੂੰ ਅਸੀਂ ਆਡੀਟਿੰਗ ਕਵਾਂਗੇ। ਆਡੀਟਿੰਗ ਦੇ ਵਿੱਚ ਕਹਿੰਦਾ ਮੋਸਟਲੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਉੱਪਰ ਹੀ ਮੇਨ ਐਸਪੈਕਟਸ ਦਿੱਤਾ, ਮੀਨਸ ਮੇਨ ਦਾ ਪ੍ਰਭਾਵ ਪਾਇਆ ਜਾਂਦਾ ਉਹ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਉੱਪਰ ਹੀ ਹੁੰਦਾ। ਕੰਪਨੀ 'ਚ ਆਡੀਟਰ ਕਿਹੜੇ ਹੋਣਗੇ, ਆਡੀਟਰਸ ਕਹਿੰਦਾ ਕੋਈ ਵੀ ਪਰਸਨ ਹੋਣਗੇ ਜਿਹੜੇ ਉਹਨਾਂ ਨੇ ਰਿਟਨ ਦੇ ਵਿੱਚ ਕਨਸੈਂਟ ਦਿੱਤੀ ਹੁੰਦੀ ਹੈ ਵੀ ਹਾਂ ਅਸੀਂ ਕੰਪਨੀ ਆਡੀਟਿੰਗ ਕਰਨ ਲਈ ਜ਼ਰੂਰੀ ਹੈ। ਇਹਨਾਂ ਲਿਖਿਆ ਵੀ ਹੈ lawful appoint the examiner and judges accounts refer to them, take down the evidence in writing which may be lawfully offered in relation to such accounts। ਕਹਿੰਦਾ ਉਹਨਾਂ ਨੇ ਸਾਰਾ ਕੁਝ ਰਿਟਨ ਦੇ ਵਿੱਚ ਜਿਹੜਾ ਹੁੰਦਾ ਹੈ, ਕਿਹੜੇ ਪਰਸਨ ਕਿਸ ਜਗ੍ਹਾ ਨਾਲ ਡਿਪਾਰਟਮੈਂਟ ਨਾਲ ਜੁੜੇ ਹੋਏ ਨੇ, ਜੋ ਇਨਫੋਰਮੇਸ਼ਨ ਨਿਕਲ ਕੇ ਆਈ ਹੈ ਉਹ ਕਿਹੜੇ ਪਰਸਨ ਕਰਕੇ ਨਿਕਲ ਕੇ ਆਈ ਹੈ, ਸਾਰਾ ਕੁਝ ਰਿਟਨ ਦੇ ਵਿੱਚ ਜਾਣਗੇ। ਔਰ ਆਡੀਟਰ ਕੰਪਨੀ 'ਚ ਕਹਿੰਦਾ ਇੰਟਰਨਲ ਵੀ ਹੋ ਸਕਦੇ ਨੇ, ਐਕਸਟਰਨਲ ਵੀ ਹੋ ਸਕਦੇ ਨੇ। ਜਿਵੇਂ ਇਹਨਾਂ ਲਿਖਿਆ ਟਾਈਪਸ ਆਫ ਆਡੀਟਰਸ। ਇੰਟਰਨਲ ਮੀਨਸ ਵਿਦਿਨ ਕੰਪਨੀ, ਜੋ ਵੀ ਕੋਈ ਅਕਾਊਂਟਸ ਡਿਪਾਰਟਮੈਂਟ 'ਚ ਕੋਈ ਪਰਸਨਸ ਨੇ ਜੋ ਉਹਨਾਂ ਦਾ ਹੈੱਡ ਹੋਊਗਾ ਉਹ ਸਾਰਾ ਦਾ ਸਾਰਾ ਅਕਾਊਂਟਸ ਇੱਕ ਵਾਰ ਆਡਿਟ ਕਰਦਾ ਚਲਾ ਜਾਊਗਾ। ਮੋਸਟਲੀ ਹੁੰਦਾ ਹੈ ਅਕਾਊਂਟਸ ਡਿਪਾਰਟਮੈਂਟ 'ਚ ਤੁਸੀਂ ਕੰਪਨੀ ਚਲੇ ਜਾਓ, ਇੱਕ ਹੈਡ ਪਰਸਨ ਹੋਊਗਾ, ਉਹਦੇ ਅੰਦਰ ਹੀ 3-4 ਪਰਸਨ ਕੰਮ ਕਰ ਰਹੇ ਹੁੰਦੇ ਨੇ, ਉਹ 3-4 ਪਰਸਨ ਆਪਣਾ ਕੰਮ ਕਰਨਗੇ, ਹੈਡ ਪਰਸਨ ਜੋ ਸਾਰਾ ਕੰਮ ਚੈੱਕ ਕਰਦਾ ਰਹਿੰਦਾ। ਇੱਕ ਤਰ੍ਹਾਂ ਦਾ ਆਡੀਟਰ ਦਾ ਹੀ ਕੰਮ ਹੋ ਗਿਆ, ਜੋ ਕੰਪਨੀ ਸਾਰੇ ਰਿਕਾਰਡਸ ਬਣਾਉਂਦਾ ਚਲੇ ਜਾਊਗਾ, ਪਰਫਾਰਮੈਂਸ ਲੱਗ ਦੋ ਕਈ ਵਾਰ ਵੀ ਪਰਸਨ ਰੱਖੇ ਹੁੰਦੇ ਨੇ। ਐਕਸਟਰਨਲ ਹੁੰਦਾ ਜਿਹੜਾ ਸਾਲ ਮੀਨਸ ਇੱਕ ਵਾਰੀ ਹੀ ਆਡਿਟ ਕਰਨ ਲਈ ਬੁਲਾਇਆ ਜਾਂਦਾ ਹੈਗਾ। ਜਿਹੜਾ ਇੰਟਰਨਲ ਆਡਿਟਰ ਹੋਊਗਾ ਉਹ ਤਾਂ ਰੈਗੂਲਰ ਆਪਣਾ ਟਾਈਮ ਬੇਸ ਤੇ ਆਡਿਟ ਕਰਦਾ ਚਲਾ ਜਾਂਦਾ ਹੈਗਾ, ਲੇਕਿਨ ਜਿਹੜਾ ਐਕਸਟਰਨਲ ਹੋਊਗਾ ਉਹ ਕੰਪਨੀ 'ਚ ਸਾਲ 'ਚ ਇੱਕ ਵਾਰੀ ਜਾਂ 2 ਵਾਰੀ ਆਊਗਾ, ਲੇਕਿਨ ਜਦੋਂ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ ਤੁਸੀਂ ਕਾਲ ਕਰਕੇ ਉਹਦੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ।
फिर है गवर्नमेंट, ਜਦੋਂ ਗਵਰਨਮੈਂਟ ਕਿਸੇ ਕੰਪਨੀ ਦਾ ਆਡਿਟ ਕਰਵਾਉਂਦੀ ਤਾਂ ਗਵਰਨਮੈਂਟ ਆਪਣੇ ਆਡੀਟਰ ਭੇਜਦੀ ਹੈ ਕਿਸੇ ਕੰਪਨੀ ਦੇ ਉੱਪਰ ਰੇਡ ਪੈ ਗਈ ਤਾਂ ਜਦੋਂ ਉਹਨਾਂ ਨੂੰ ਡਾਟਾ ਚੈੱਕ ਕਰਵਾਉਣਾ ਹੁੰਦਾ ਗਵਰਨਮੈਂਟ ਦੇ ਆਡੀਟਰ ਗਵਰਨਮੈਂਟ ਵੱਲੋਂ ਹੀ ਆਉਂਦੇ ਨੇ, ਗਵਰਨਮੈਂਟ ਨੇ ਆਪਣੀ ਸੰਸਥਾ ਦੇ ਵਿੱਚੋਂ ਹੀ ਉਹ ਭੇਜੇ ਹੁੰਦੇ ਨੇ। ਫੋਰੈਂਸਿਕ ਦਾ ਮਤਲਬ ਹੁੰਦਾ ਜਦੋਂ ਮੰਨ ਲਓ ਕਿਸੇ ਪ੍ਰਕਾਰ ਦੇ ਕੋਈ ਕ੍ਰਾਈਮਸ ਵਗੈਰਾ ਹੋਏ ਹੁੰਦੇ ਨੇ, ਜਿਵੇਂ ਅਸੀਂ CBI ਵਗੈਰਾ ਕਰੀਏ ਤਾਂ ਇਦਾਂ ਦੇ ਆਡੀਟਰ ਨੂੰ ਅਸੀਂ ਕਹਿੰਦੇ ਜਦੋਂ ਕ੍ਰਾਈਮਸ ਹੋਏ ਨੇ ਜਾਂ ਫਿਰ ਦੇਸ਼ ਨਾਲ ਕੋਈ ਧੋਖਾਧੜੀ ਕਿਸੇ ਪਰਸਨ ਨੇ ਕੀਤੀ ਹੈ ਤਾਂ ਇਦਾਂ ਦੇ ਪਰਸਨ ਨੂੰ ਫਾਈਂਡ ਕਰਨ ਲਈ ਜਦੋਂ ਕੋਈ ਪਰਸਨ ਲੱਗਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਫੋਰੈਂਸਿਕ ਰਿਪੋਰਟ ਸਹੀ ਹੁੰਦੀਆਂ ਨਾ ਜਿਹੜੀਆਂ ਆਪਣੇ ਦੇਸ਼ਾਂ ਨਾਲ ਡੀਲ ਕਰਦੀਆਂ ਹੁੰਦਾ। ਇਦਾਂ ਮਤਲਬ ਜਦੋਂ ਕ੍ਰਾਈਮ ਦਾ ਵੀ ਗੱਲ ਹੁੰਦਾ ਤਾਂ ਗਵਰਨਮੈਂਟ ਵੱਲੋਂ ਹੀ ਪਰਸਨ ਆਏ ਹੁੰਦੇ, ਲੇਕਿਨ ਇਹਨਾਂ ਜਿਵੇਂ ਅਸੀਂ ਇਹਦੇ 'ਚ ਕੀਤਾ CBI ਮੇਖਲ ਜ਼ਿਆਦਾ ਮੇਨ ਆਉਂਦੀ ਹੈ, ਇਹਦੇ ਵਿੱਚ ਵੀ ਸੈਂਟਰਲ ਬੋਰਡ ਆਫ ਇਨਵੈਸਟੀਗੇਸ਼ਨ ਬਿਊਰੋ ਜਿਵੇਂ ਅਸੀਂ ਕੁਝ ਕਰਦਾ ਉਹੀ ਇਹਦੇ ਵਿੱਚ ਪਰਸਨ ਆਉਂਦੇ ਨੇ, ਉਹੀ ਇਨਵੈਸਟੀਗੇਸ਼ਨ ਕਰਦੇ ਹੈਗੇ ਨੇ। ਫਿਰ ਹੈ ਕੰਪਨੀ ਵਿੱਚ ਇੰਟਰਨਲ ਆਡਿਟ ਇੱਕ ਕਹਿੰਦਾ ਕੰਪਨੀ ਦਾ ਟੂਲ ਹੈਗਾ ਜਿਹਦੇ ਨਾਲ ਕਹਿੰਦਾ ਪੀਰੀਅਡਿਕਲੀ ਬੇਸ ਤੇ ਮੀਨਸ ਟਾਈਮ ਪੀਰੀਅਡ ਦੇ ਅਕੋਰਡਿੰਗ ਆਪਣੀ ਕੰਪਨੀ 'ਚ ਕੁਛ ਨਾ ਕੁਝ ਆਪਣੀ ਰਿਪੋਰਟ ਜੋ ਹੈ ਚੈੱਕ ਕਰਦੇ ਚਲੇ ਜਾਂਦੇ ਨੇ। ਇੱਦਾਂ ਇੱਕ ਕਹਿੰਦਾ ਕੰਪਨੀ ਦਾ ਜਿਹੜਾ ਇੰਟਰਨਲ ਆਡਿਟਰ ਹੋਊਗਾ ਉਹ ਕੋਈ ਵੀ ਹੋ ਸਕਦਾ ਹੈ, ਕੋਈ ਵੀ ਅਕਾਊਂਟੈਂਟ ਜਾਂ ਫਿਰ ਕੋਈ ਸੀਨੀਅਰ ਅਕਾਊਂਟੈਂਟ ਜਿਹੜਾ ਕੰਪਨੀ 'ਚ ਕੰਮ ਕਰ ਰਿਹਾ ਹੁੰਦਾ ਹੈ, ਉਹ ਟਾਈਮਲੀ ਆਪਣਾ ਡਾਟਾ ਇਕੱਠਾ ਕਰਦਾ ਚਲਾ ਜਾਂਦਾ, ਉਹ ਰਿਪੋਰਟਸ ਬਣਾਉਂਦਾ ਚਲਾ ਜਾਂਦਾ ਹੈ। ਫਿਰ ਜਦੋਂ ਮੇਨ ਆਡਿਟ ਹੋਣਾ ਹੁੰਦਾ, ਜਦੋਂ ਬਾਹਰੋਂ ਕੰਪਨੀ 'ਚ ਕੋਈ CA ਆਉਂਦਾ ਹੁੰਦਾ ਤਾਂ ਆਡਿਟ ਟਾਈਮ ਤੇ ਉਹਨੂੰ ਜ਼ਿਆਦਾ ਫਿਰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਹੁੰਦੀ, ਜੋ ਪ੍ਰੋਪਰ ਰਿਕਾਰਡ ਬਣੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਪ੍ਰੋਪਰ ਆਡਿਟ ਜਲਦੀ ਹੋ ਜਾਂਦਾ ਹੈ। ਇੰਟਰਨਲ ਆਡਿਟ ਦੇ ਕਹਿੰਦਾ ਫਾਇਦੇ ਕੀ ਨੇ, ਆਬਜੈਕਟਿਵ ਇੱਕ ਤਾਂ ਕਹਿੰਦਾ ਸਾਨੂੰ ਇਹ ਹੁੰਦਾ ਕਿ ਪ੍ਰੋਪਰ ਮੈਨੇਜਮੈਂਟ ਦੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ, ਅਸੀਂ ਪ੍ਰੋਪਰ ਕੰਟਰੋਲ ਸਿਸਟਮ ਬਣਾ ਕੇ ਰੱਖਦੇ ਹਾਂ ਕੰਪਨੀ ਦੇ ਵਿੱਚ। ਸਾਨੂੰ ਕਹਿੰਦਾ ਆਪਣੀ ਕੰਪਨੀ 'ਚ ਕਿਹੜੀ ਆਪਰੇਸ਼ਨਲ ਐਕਟੀਵਿਟੀਜ਼ ਦੇ ਕੀ ਰਿਲੇਸ਼ਨ ਹੈਗੇ ਨੇ ਉਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਪਤਾ ਹੁੰਦਾ, ਕਿਹੜਾ ਕੰਮ ਕਿਹਦੇ ਨਾਲ ਡੀਲ ਹੋ ਰਿਹਾ, ਕਿਹੜਾ ਪਰਸਨ ਕਿਹਨੂੰ ਰਿਪੋਰਟਿੰਗ ਕਰ ਰਿਹਾ, ਉਹ ਪ੍ਰੋਪਰ ਇਨਫੋਰਮੇਸ਼ਨ ਸਾਨੂੰ ਪਤਾ ਹੁੰਦੀ ਹੈ। ਕਿੱਥੇ ਸਾਨੂੰ ਅਪਰਾਈਜ਼ਲ ਕਰਨੀ ਹੈ, ਕਿੱਥੇ ਕਿਸੇ ਦਾ ਡਾਟਾ ਚੈੱਕ ਕਰਨਾ ਹੈ, ਕਿਸੇ ਬੰਦੇ ਨੂੰ ਇਵੈਲੂਏਟ ਕਰਨਾ ਹੈ। ਅਪਰਾਈਜ਼ਲ ਦਾ ਮਤਲਬ ਹੁੰਦਾ ਕਿਸੇ ਦੀ ਪਰਫਾਰਮੈਂਸ ਨੂੰ ਅਪਰਾਈਜ਼ ਕਰਕੇ ਉਹਨੂੰ ਅੱਗੇ ਲੈ ਕੇ ਜਾਣਾ, ਉਹ ਸਾਰੇ ਕੰਮ ਵੀ ਅਸੀਂ ਕਹਿੰਦਾ ਇੰਟਰਨਲ ਆਡਿਟ ਨਾਲ ਕਰ ਸਕਦੇ ਹਾਂ। ਮੈਨੇਜਮੈਂਟ ਕੀ ਆਪਣਾ ਅਚੀਵਮੈਂਟ ਕਰਨਾ ਚਾਹੁੰਦੀ ਮੀਨਸ ਜੋ ਮੈਨੇਜਮੈਂਟ ਦੇ ਆਬਜੈਕਟਿਵ ਨੇ ਉਹ ਵੀ ਕਹਿੰਦਾ ਪਰਫਾਰਮੈਂਸ ਬੇਸ ਤੇ ਕਹਿੰਦਾ ਜਦੋਂ ਤੁਸੀਂ ਅਪਰਾਈਜ਼ਲ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਅਚੀਵ ਕਰ ਸਕਦੇ ਹੋਗੇ। ਸੇਫ ਗਾਰਡਿੰਗ ਆਫ ਐਸੈਟਸ, ਯੂਟੀਲਾਈਜੇਸ਼ਨ ਐਂਡ ਅਕਾਊਂਟਿੰਗ, ਕੰਪਨੀ ਕਹਿੰਦਾ ਪ੍ਰੋਪਰ ਅਕਾਊਂਟਿੰਗ ਕਰਨੀ ਹੋਵੇ, ਪ੍ਰੋਪਰ ਜਿਹੜੇ ਰਿਸੋਰਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕਰਨਾ ਹੋਵੇ, ਤੁਸੀਂ ਕਹਿੰਦਾ ਆਡਿਟ ਨਾਲ ਕਰ ਸਕਦੇ ਹੋਗੇ। ਤੁਹਾਨੂੰ ਇਹ ਵੀ ਧਿਆਨ ਰੱਖੋਗਾ ਕਿ ਤੁਹਾਡੀ ਕੰਪਨੀ 'ਚ ਕਿਹੜੀਆਂ ਫੈਸਿਲਿਟੀਜ਼ ਨੇ ਜਿਹਨਾਂ ਨੂੰ ਤੁਸੀਂ ਪ੍ਰੋਪਰ ਯੂਜ਼ ਕਰਨਾ ਹੈ। ਫੈਸਿਲਿਟੀਜ਼ ਮਤਲਬ ਤੁਹਾਡੇ ਕੋਲ ਫਾਈਨਾਂਸ, ਲੇਬਰਸ ਜਾਂ ਫਿਰ ਲੈਂਡ ਮਸ਼ੀਨਸ ਵਗੈਰਾ ਹੋ ਗਈਆਂ, ਅਦਰ ਦੈਨ ਦੀ ਐਸੈਟਸ ਲਿਖਿਆ ਉਹਨਾਂ ਨੇ ਪ੍ਰੋਪਰਲੀ ਯੂਟੀਲਾਈਜ਼ ਜਾਂ ਫਿਰ ਸੇਫ ਗਾਰਡ ਉਹਨਾਂ ਨੂੰ ਪ੍ਰੋਪਰ ਕਿਵੇਂ ਰੱਖਣਾ ਹੈਗਾ। ਅਸੀਂ ਇਹ ਵੀ ਦੇਖ ਲਾਂਗੇ ਸਾਡੀ ਕੰਪਨੀ ਜਦੋਂ ਇੰਟਰਨਲ ਆਡਿਟ ਹੋ ਰਿਹਾ ਹੋਊਗਾ ਜਾਂ ਕੋਈ ਜਿਹੜਾ ਪਰਸਨ ਇੰਟਰਨਲ ਆਡਿਟ ਕਰਨ, ਫਿਰ ਮੈਨੇਜਮੈਂਟ ਦੇ ਪਲਾਨ, ਮੈਨੇਜਮੈਂਟ ਨੂੰ ਕੀ ਪਾਲਿਸੀ ਬਣਾਉਣੀ ਚਾਹੀਦੀ ਹੈ, ਕਿਸ ਤਰ੍ਹਾਂ ਸਿਸਟਮ ਹੋਣਾ ਚਾਹੀਦਾ, ਉਹ ਈਜ਼ੀਲੀ ਬਿਜ਼ਨਸ ਨਾਲ ਸੈਟਅਪ ਕਰਾ ਸਕਦੇ ਹਾਂ ਜਾਂ ਮੈਨੇਜਮੈਂਟ ਨੇ ਜੋ ਰੂਲ ਸੈਟਅਪ ਕੀਤੇ ਹੋਣਗੇ ਉਹ ਵੀ ਫੋਲੋ ਕਰਵਾ ਸਕਦੇ ਹੈਗੇ ਅਸੀਂ। ਸਟੇਚਰੀ ਲਾਅ ਐਂਡ ਰੂਲਸ, ਕੰਪਨੀ ਦੇ ਜੋ ਵੀ ਸਟੇਚਰੀ ਰੂਲਸ ਜਾਂ ਗਵਰਨਮੈਂਟ ਦੇ ਥਰੂ ਬਣੇ ਹੋਏ ਨੇ ਜਾਂ ਕਾਨੂੰਨ ਬਣੇ ਹੋਏ ਨੇ ਜਿਸ ਦੇ ਅਕੋਰਡਿੰਗ ਸਾਨੂੰ ਫੋਲੋ ਕਰਨੇ ਪੈਂਦੇ ਨੇ, ਅਸੀਂ ਉਹ ਵੀ ਪ੍ਰੋਪਰ ਤਰੀਕੇ ਨਾਲ ਫੋਲੋ ਕਰਵਾ ਸਕਦੇ ਹਾਂ। ਮੀਨਸ ਹਰੇਕ ਬੰਦੇ ਦੀ ਰਿਸਪੌਂਸਿਬਿਲਿਟੀ ਸੈਟਅਪ ਹੋ ਜਾਂਦੀ ਹੈ ਕਿ ਰਿਪੋਰਟਿੰਗ ਸਿਸਟਮ ਸਾਨੂੰ ਪਤਾ ਹੁੰਦਾ ਵੀ ਅਸੀਂ ਰਿਪੋਰਟ ਬਣਾ ਕੇ ਸਭ ਨੂੰ ਹਰੇਕ ਨੂੰ ਦੇਣੀ ਹੀ ਹੈਗੀ ਹੈ। ਉਸ ਤੋਂ ਬਾਅਦ ਕਿਸੇ ਪ੍ਰਕਾਰ ਦੇ ਕੋਈ ਫਰੋਡ ਹੋ ਰਹੇ ਨੇ, ਕੋਈ ਮਿਸ ਐਪਰੋਪ੍ਰੀਏਸ਼ਨ ਹੋ ਰਹੀ ਹੈ ਜਾਂ ਕੋਈ ਬੰਦਾ ਕਹਿੰਦਾ ਇੰਬੈਜ਼ਲਮੈਂਟ ਕਰ ਰਿਹਾ ਹੈਗਾ ਵੀ ਕਿਸੇ ਰਿਕਾਰਡ ਨੂੰ ਖਤਮ ਹੀ ਕਰ ਦੇ ਰਿਹਾ ਹੈਗਾ ਜਾਂ ਕਿਸੇ ਚੀਜ਼ ਨੂੰ ਦਿਖਾਏ ਬਿਨਾਂ ਇੱਦਾਂ ਦੀਆਂ ਐਂਟਰੀਆਂ ਪਾਸ ਕੁਝ ਹੋ ਜਾ ਰਹੀਆਂ ਨੇ ਜਾਂ ਪੈਸਾ ਪੂਸਾ ਕਿੱਥੇ ਤੋਂ ਜਾ ਰਿਹਾ, ਉਹ ਸਾਰੀ ਚੀਜ਼ਾਂ ਕਹਿੰਦਾ ਇੰਟਰਨਲ ਆਡਿਟ ਪਹਿਲਾਂ ਹੀ ਫੜੀਆਂ ਜਾਂਦੀਆਂ ਨੇ। ਪ੍ਰਿੰਸੀਪਲ ਕੀ ਨੇ ਮੇਨ ਆਡਿਟ ਕਰਨੇ, ਮੇਨ ਪ੍ਰਿੰਸੀਪਲ ਕੀ ਸਭ ਤੋਂ ਪਹਿਲਾਂ ਕਹਿੰਦਾ ਇੰਟੀਗ੍ਰਿਟੀ, ਆਬਜੈਕਟਿਵਿਟੀ ਔਰ ਇੰਡੀਪੈਂਡੈਂਸ। ਜਦੋਂ ਵੀ ਆਡਿਟ ਹੋਊਗਾ ਆਬਜੈਕਟਿਵ ਬੇਸਡ ਹੋਣਾ ਚਾਹੀਦਾ, ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ਹੈ। ਜਿਹੜਾ ਆਡਿਟ ਕਰਨਾ ਹੋਊਗਾ ਇੰਡੀਪੈਂਡੈਂਸ ਲੈਵਲ ਜ਼ਰੂਰ ਹੋਣਾ ਚਾਹੀਦਾ, ਮੀਨਸ ਜਿੱਥੋਂ ਜੋ ਵੀ ਇਨਫੋਰਮੇਸ਼ਨ ਲੈਣੀ ਹੈ ਉਹਨੂੰ ਮਿਲ ਜਾਣੀ ਚਾਹੀਦੀ ਹੈ। ਇੰਟੀਗ੍ਰਿਟੀ ਦਾ ਮਤਲਬ ਹੁੰਦਾ ਹੈ ਸਾਰੇ ਲੋਕ ਜੋ ਹੈ ਸਾਥ ਦੇਣ ਵਾਲੇ ਹੋਣੇ ਚਾਹੀਦੇ हैं। कोई पर्सन इतना नहीं होंगे भी मीनस कभी ऐसे काम नहीं कंप्लीट करवाना है, नहीं ऐसे ऑडिट नहीं करवाना, इतना कुछ नहीं है। सारे पर्सन खुद कहना भी हाँ जी कंप्लीट जो करवाना चाहते जो कोई मर्जी है तुम इन्फॉर्मेशन लेना चाह ले सकते हो। कॉन्फिडेंसली जो भी ऑडिटिंग होगी हमेशा कॉन्फिडेंसली होनी, मीनस जड़ियाँ रिपोर्ट्स बनदियां ने ये नहीं सब नूं दित्ती जांदियां ने, लो भी चैक करो जो हर रिपोर्ट बनाई है ने वो पहला बोर्ड ऑफ डायरैक्टर्स कोल जाणगियां, उस तो बाद जो है गवर्नमेंट कोल भी वो रिपोर्ट्स जरूर जाती है। स्किल एंड कंपिटेंस जो भी कहना ऑडिट होगा, ऑडिट करना किसी नॉर्मल इदा किसी पर्सन को लगा नहीं स्किल बेस ही होगा, हमेशा कंपीटिशन लेवल जो बंदा मीनस कंपीटेंट है जिन्होंने नॉलेज हैगी ऑडिटिंग बारे, जिन्होंने पूरे सैक्शनस पता ने कि कितों फाइंड करने, वही बंदे ऑडिट कर सकते हैं। तो नॉर्मल पर्सन को भी ऑडिट कर दे नहीं कर सकता, क्योंकि जिन्होंने प्रैक्टिकल एक्सपीरियंस होगा जिन्हें काम किए होंगे वही कर सकता है। डॉक्यूमेंटेशन ये कहना डॉक्यूमेंटेशन जरूर होती है, डॉक्यूमेंट प्रॉपर तरीके बने होने चाहिए, विदाउट डॉक्यूमेंट्स कभी भी कोई ऑडिट नहीं होगा। प्रॉपर पहले तो ही प्लानिंग होनी चाहिए किस एरिया की ज़्यादा मेन ऑडिट करना है, क्योंकि जो कोई सीए को जाने आप ऑडिट करवाने हैं कुछ कंपनी तो सीए खुद ही आते हैं जो अपने परसनस पे जाते हैं उन्होंने प्रॉपर रिकॉर्ड सारा चेक कराना, उन्हें पता होता है भी ये एंट्रियां से वाली चेक करने कंपनी हर वाले इतने गड़बड़ कर रही है, वो पहले तो ही मैनेज करवा लेंगे उस चीज़ को। एविडेंस जो भी काम होगा ऑडिट के कोई रिपोर्ट बनूगी एविडेंस बेस से बननी चाहिए, मीन तुम किसी परसन अगर गुनाहगार कढ़िया भी है या कुछ करे भी किसी बंदे ने फ्रॉड किया तो वह एविडेंस थोड़े को होना चाहिए। कनक्लूजन एंड रिपोर्टिंग एविडेंस सॉरी एविडेंस कर ऑडिटिंग हमेशा रिपोर्टिंग सिस्टम जरूर होना चाहिए, रिपोर्ट जरूर बनी जाएगी
ਕੰਕਲੂਜਨ ਦਾ ਮਤਲਬ ਹੋਵੇ ਤੁਸੀਂ ਹਰੇਕ ਪੁਆਇੰਟਸ ਲਿਖੋਗੇ ਜਿਹੜੀ ਚੀਜ਼ਾਂ ਤੁਸੀਂ ਫਾਈਂਡ ਕੀਤੀਆਂ ਹੈਗੀਆਂ ਨੇ। ਫੋਰਮ ਆਫ ਇੰਟਰਨਲ ਆਡਿਟ ਰਿਪੋਰਟਸ, ਜਿਹੜੀ ਕੰਪਨੀ 'ਚ ਕਹਿੰਦਾ ਆਡਿਟ ਹੋਊਗਾ ਇੰਟਰਨਲ, ਉਹਦੀ ਰਿਪੋਰਟਸ ਕਿੱਦਾਂ ਦੇ ਫਾਰਮ 'ਚ ਹੋਣਗੇ। ਸਭ ਤੋਂ ਪਹਿਲਾਂ ਟਰਮਸ ਆਫ ਰੈਫਰੈਂਸ, ਕਿਸ ਬੇਸ ਤੇ ਤੁਸੀਂ ਕਹਿੰਦਾ ਆਡਿਟ ਸਟਾਰਟ ਕੀਤਾ ਹੈਗਾ, ਮੈਨੇਜਮੈਂਟ ਨੇ ਕਿਹੜੀ ਚੀਜ਼ ਨੂੰ ਤੁਹਾਨੂੰ ਆਡਿਟ ਕਰਨ ਨੂੰ ਕਿਹਾ, ਇਹ ਚੀਜ਼ ਹੋਣੀ ਚਾਹੀਦੀ ਹੈ। ਦੂਸਰਾ ਪਰਪਸ ਕੀ ਹੈ, ਉਹਦੇ ਵਿੱਚ ਤੁਹਾਡੀਆਂ ਲਿਮਿਟੇਸ਼ਨ ਕੀ ਨੇ, ਉਹ ਸਾਰੀ ਚੀਜ਼ਾਂ ਤੁਸੀਂ ਪਹਿਲਾਂ ਤੋਂ ਹੀ ਦੇਖ ਲਓਗੇ। ਫਿਰ ਕੰਟੈਂਟ ਆਫ ਰਿਪੋਰਟਸ, ਤੁਹਾਡੀ ਰਿਪੋਰਟਸ ਕਿਸ ਪ੍ਰਕਾਰ ਦੀ ਹੋਊਗੀ, ਤੁਹਾਡੇ ਕਿੰਨੇ ਫੋਲੋ, ਕਿਹੜੇ ਤੁਸੀਂ ਦੇਖੋਗੇ ਵੀ ਲਾਸਟ ਆਡਿਟ 'ਚ ਕਿਹੜੇ ਸਟੈਪ ਫੋਲੋਡ ਕੀਤੇ ਗਏ, ਕਿਉਂਕਿ ਪਹਿਲਾਂ ਵੀ ਕੰਪਨੀ 'ਚ ਆਡਿਟ ਹੋਣ, ਕਈ ਵਾਰ ਮੰਨ ਲਓ ਕੰਪਨੀ ਨੇ ਆਡਿਟਰ ਚੇਂਜ ਕਰ ਲਿਆ, ਨਵਾਂ ਜਿਹੜਾ ਆਡਿਟਰ ਆਊਗਾ ਉਹ ਵੀ ਦੇਖੂਗਾ ਪਹਿਲਾਂ ਆਡਿਟ ਕਿਵੇਂ ਹੁੰਦਾ ਸੀਗਾ, ਉਹਨੇ ਪਿਛਲੇ ਆਡਿਟ ਦੀ ਰਿਪੋਰਟ ਵੀ ਜ਼ਰੂਰ ਦੇਖਣੀ ਹੁੰਦੀ ਹੈ। ਉਸ ਤੋਂ ਬਾਅਦ ਦੇਖੂਗਾ ਵੀ ਕਿਹੜੇ ਮੇਨ ਪੁਆਇੰਟ ਨੇ ਜਿਹਨਾਂ ਨੂੰ ਹਾਈਲਾਈਟ ਕਰਨਾ ਹੈ, ਕਿਹੜੇ ਸਮਾਲ ਪੁਆਇੰਟ ਨੇ ਜਿਹਨੂੰ ਹਾਈਲਾਈਟ ਕਰਨ ਦੀ ਲੋੜ ਨਹੀਂ ਹੈ। ਆਡਿਟ ਰਿਪੋਰਟ 'ਚ ਇਹ ਚੀਜ਼ ਹੋਣੀ ਚਾਹੀਦੀ ਹੈ। ਆਡਿਟ ਰਿਪੋਰਟ ਦੇ ਵਿੱਚ ਕਹਿੰਦਾ ਡਿਟੇਲ ਇਨਫੋਰਮੇਸ਼ਨ ਵੀ ਹੋਣੀ ਚਾਹੀਦੀ ਹੈ, ਜਿਹੜੀ ਚੀਜ਼ ਤੁਸੀਂ ਪ੍ਰੋਪਰ ਤਰੀਕੇ ਨਾਲ ਫਾਈਂਡ ਕੀਤੀ ਹੈਗੀ, ਉਹਦੀ ਇਨਫੋਰਮੇਸ਼ਨ ਨਹੀਂ ਕਿ ਸਾਰਿਆਂ ਨੂੰ ਤੁਸੀਂ ਕਹਿੰਦਾ ਵੀ ਉੱਪਰੋਂ ਟੌਪ ਫਾਰਮ ਲਿਖ ਕੇ ਚੱਲ ਦੋ ਵੀ ਇਹ ਚੀਜ਼ ਅਸੀਂ ਫਾਈਂਡ ਕੀਤੀ, ਤਾਂ ਕਮਾ ਹੋਇਆ, ਇੱਦਾਂ ਨਹੀਂ ਹੈ। ਜਿੱਥੇ ਤੁਸੀਂ ਕੋਈ ਲੱਗਿਆ ਤੁਹਾਨੂੰ ਵੀ ਹਾਂ ਗੜਬੜ ਹੋਈ ਹੋਈ, ਉਹਦਾ ਪ੍ਰੋਪਰ ਡਿਟੇਲ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਸਟੈਟਿਕਸ ਗ੍ਰਾਫਿਕਲ ਪ੍ਰੈਜੈਂਟੇਸ਼ਨ ਹੋਣੀ ਚਾਹੀਦੀ, ਮੀਨਸ ਕੋਸ਼ਿਸ਼ ਇਹ ਕਰੋ ਕਿ ਜਿੰਨਾ ਕੰਮ ਹੋ ਸਕੇ ਸਟੈਟਿਕਲ ਬੇਸ ਤੇ ਜਾਂ ਮੈਥਮੈਟਿਕਲ ਬੇਸ ਤੇ ਜਾਂ ਫਿਰ ਗ੍ਰਾਫਿਕਲ ਬੇਸ ਤੇ ਦਿਖਾਓ। ਪ੍ਰੋਪਰ ਐਵੇਂ ਬੁੱਕ ਲਿਖ ਦੋਗੇ ਹਰੇਕ ਨੇ ਪੜ੍ਹਨੀ ਮੁਸ਼ਕਿਲ ਹੋ ਜਾਊਗੀ। ਰਿਪੋਰਟ ਦੇ ਵਿੱਚ ਇਹ ਚੀਜ਼ਾਂ ਹੋਣੀ ਚਾਹੀਦੀਆਂ, ਡਾਟਾ ਹੋਣਾ ਚਾਹੀਦਾ, ਡਾਟਾ ਬੇਸ ਤੇ ਇਜ਼ੀਲੀ ਕੁਛ ਨਾ ਹਰ ਬੰਦਾ ਦੇਖ ਸਕਦਾ ਹੈ। ਰਿਪੋਰਟ ਦੇ ਵਿੱਚ ਕਹਿੰਦਾ ਕਿੰਨੀਆਂ ਸ਼ੀਟਸ ਹੋਣੀ ਚਾਹੀਦੀਆਂ ਨੇ ਜਾਂ ਪੇਪਰਸ ਹੋਣੇ ਚਾਹੀਦੇ, ਇਹਦੇ ਬਾਰੇ ਪਹਿਲਾਂ ਤੋਂ ਹੀ ਕਲੀਅਰ ਹੋ ਜਾਣਾ ਚਾਹੀਦਾ ਹੈਗਾ। ਕੋਈ ਇੱਕ ਤਰ੍ਹਾਂ ਦੀ ਬੁੱਕ ਨਹੀਂ ਬਣਾ ਦੇਣੀ ਵੀ ਤੁਸੀਂ 300-400 ਪੇਜ ਦੀ ਬਣਾ ਦੋਗੇ, ਇਹਨਾਂ ਦੀ ਨਹੀਂ ਹੁੰਦੀ ਹੈ ਕਿ ਪੜ੍ਹਨੀ ਵੀ ਮੁਸ਼ਕਿਲ ਹੋ ਜਾਂਦੀ ਹੈ। ਹਰੇਕ ਐਸਪੈਕਟ ਦੇ ਵਿੱਚ ਕਹਿੰਦਾ ਕੀ ਡਿਊਟੀ ਸੀਗੀਆਂ, ਕੀ ਤੁਸੀਂ ਫਾਈਂਡ ਕੀਤਾ, ਕੀ ਤੁਹਾਡੀਆਂ ਰਿਕਮੈਂਡੇਸ਼ਨ ਸੀਗੀਆਂ, ਤੁਹਾਨੂੰ ਲੱਗਦਾ ਵੀ ਇਹ ਕੰਮ ਅਸੀਂ ਉੱਪਰ ਕਰ ਸਕਦੇ, ਉਹ ਚੀਜ਼ਾਂ ਵੀ ਆਡੀਟਰ ਜ਼ਰੂਰ ਦੇਊਗਾ ਆਪਣੀ ਰਿਪੋਰਟ ਦੇ ਵਿੱਚ। ਆਡੀਟਰ ਇਹ ਨਹੀਂ ਕਹਿ ਸਕਦਾ ਸਿਰਫ ਫਰੋਡ ਹੀ ਫਾਈਂਡ ਕਰਨ ਲਈ ਆਉਂਦੇ ਨੇ, ਉਹਨਾਂ ਨੇ ਆਪਣੀ ਰਿਕਮੈਂਡੇਸ਼ਨ ਵੀ ਦੇਣੀਆਂ ਹੁੰਦੀਆਂ ਨੇ ਵੀ ਤੁਸੀਂ ਅਗਰ ਕੰਪਨੀ ਕੰਮ ਇਸ ਤਰੀਕੇ ਨਾਲ ਕਰੋਗੇ ਤੁਹਾਨੂੰ ਫਾਇਦਾ ਹੋ ਸਕਦਾ ਹੈ, ਜਿੱਥੇ ਆਡੀਟਰ ਨੂੰ ਲੱਗਦਾ ਕਹਿੰਦਾ ਹੋਣੀਆਂ ਜ਼ਰੂਰ ਚਾਹੀਦੀਆਂ ਨੇ। ਫਿਰ ਹੈ ਕੋਸਟ ਆਡਿਟ। ਕੋਸਟ ਆਡਿਟ ਕੀ ਹੁੰਦਾ ਹੈ, ਕੰਪਨੀ ਦੇ ਵੈਸੇ ICMA ਦੇ ਥਰੂ, ਮੀਨਸ ਜਿਵੇਂ ਕੋਈ ਕੰਪਨੀ 'ਚ ਵੈਸੇ ਇੰਡੀਆ ਦੇ ਵਿੱਚ ਮੋਸਟਲੀ ਹਰੇਕ ਕੰਪਨੀ 'ਚ ਫਾਈਨੈਂਸ਼ੀਅਲ ਆਡਿਟ ਹੀ ਹੁੰਦੇ ਨੇ। ਕੋਸਟ ਆਡਿਟ ਹੋਊਗਾ ਮੀਨਸ ਆਪਣੀ ਜਿਹੜੀਆਂ ਨੇ ਕੋਸਟ ਲੱਗ ਰਹੀਆਂ ਉਹਨਾਂ ਦਾ ਆਡਿਟ ਜਦੋਂ ਕਰਦਾ, ਮੀਨਸ ਕੋਸਟ ਲਈ ਜੋ ਬੁੱਕਸ ਆਫ ਅਕਾਊਂਟਸ ਬਣਾਏ ਹੁੰਦੇ ਨੇ ਉਹਨਾਂ ਨੂੰ ਜਦੋਂ ਚੈੱਕ ਕੀਤਾ ਜਾਂਦਾ ਹੈ। ਕੋਸਟ ਆਡਿਟ ਕਹਿੰਦਾ ਕਿੰਨੇ ਪ੍ਰਕਾਰ ਦੇ ਹੋਣਗੇ। ਸਭ ਤੋਂ ਪਹਿਲਾਂ ਪ੍ਰੋਪਰਟੀ ਆਡਿਟ। ਪ੍ਰੋਪਰਟੀ ਆਡਿਟ ਮਤਲਬ ਜਿੰਨੇ ਕੰਪਨੀ ਨੇ ਐਸੈਟਸ ਖਰੀਦੀਆਂ ਹੋਈਆਂ ਉਹਦੇ ਵਿੱਚ ਕੰਪਨੀ ਦੀ ਕੋਸਟ ਲੱਗੀ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਵਿੱਚ ਫਾਈਂਡ ਕਰਨੀਆਂ। ਐਕਚੁਅਲ ਪ੍ਰੋਪਰਟੀ ਆਈ ਕਿੱਥੋਂ, ਜੋ ਕੋਸਟ ਆਈ ਉਹਦੇ ਬਿੱਲ ਮੈਚ ਕਰਦੇ ਜਾਂ ਨਹੀਂ ਕਰਦੇ, ਇਹ ਸਾਰੀ ਚੀਜ਼ਾਂ ਫਾਈਂਡ ਕਰੀ ਜਾਣਗੀਆਂ। ਐਫੀਸ਼ੀਐਂਸੀ ਆਡਿਟ। ਐਫੀਸ਼ੀਐਂਸੀ ਆਡਿਟ ਹੁੰਦਾ ਕੰਪਨੀ ਦੀ ਜਿਹੜੀ ਕੈਪੀਟਲ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਕਿਵੇਂ ਯੂਜ਼ ਕਰਿਆ ਜਾ ਰਿਹਾ ਹੈਗਾ, ਉਹਨੂੰ ਐਫੀਸ਼ੀਐਂਸੀ ਆਡਿਟ ਕਹਿੰਦੇ ਨੇ। ਕਿਉਂਕਿ ਜਿਹੜੀ ਕੰਪਨੀ ਨੇ ਇਨਵੈਸਟਮੈਂਟ ਕਰਨੀ ਹੈ ਉਹਦਾ ਕੰਪਨੀ ਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ, ਕੰਪਨੀ ਨੇ ਆਪਣੇ ਮਤਲਬ ਲਈ ਤਾਂ ਨਹੀਂ ਐਫੀਸ਼ੀਐਂਟ ਯੂਜ਼ ਕੀਤੀ ਹੋਈ ਇਨਵੈਸਟਮੈਂਟ, ਜਿਹੜੇ ਪਰਸਨਸ ਨੇ ਸ਼ੇਅਰ ਹੋਲਡਰ ਉਹਨਾਂ ਦਾ ਨਹੀਂ ਯੂਜ਼ ਕਰਿਆ ਹੋਇਆ, ਇਹ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਐਫੀਸ਼ੀਐਂਸੀ ਆਡਿਟ ਦੇ ਵਿੱਚ। ਕੋਸਟ ਆਡਿਟ ਕਰਵਾਉਣ ਦਾ ਫਾਇਦਾ ਕੀ ਹੁੰਦਾ, ਕਹਿੰਦਾ ਇੱਕ ਤਾਂ ਬੁੱਕਸ ਆਫ ਅਕਾਊਂਟਸ ਪ੍ਰੋਪਰ ਤਰੀਕੇ ਨਾਲ ਚੈੱਕ ਹੋ ਜਾਂਦੇ ਨੇ, ਸਾਡੀਆਂ ਹਿਸਟੋਰੀਕਲ ਕੋਸਟ ਕੀ ਸੀਗੀਆਂ, ਸਟੈਂਡਰਡ ਕੋਸਟ ਕੀ ਸੀਗੀਆਂ, ਜੇ ਐਕਚੁਅਲ ਕੀ ਨਿਕਲ ਗਈਆਂ ਉਹਦਾ ਸਾਨੂੰ ਡਿਫਰੈਂਸ ਪਤਾ ਲੱਗ ਜਾਂਦਾ ਹੈਗਾ। ਅਸੀਂ ਕਿੱਥੇ ਲੋਸ ਦੇ ਵਿੱਚ ਜਾ ਰਹੇ ਹਾਂ ਉਹ ਚੀਜ਼ ਸਾਨੂੰ ਪਤਾ ਲੱਗ ਜਾਂਦੀ ਹੈ, ਸਾਨੂੰ ਇਨਵੈਸਟਮੈਂਟ ਨੇ ਕਿਹੜਾ ਫਾਇਦਾ ਦਿੱਤਾ, ਇਨਵੈਸਟਮੈਂਟ ਦਾ ਕਿੱਥੇ ਲੋਸ ਹੋਇਆ ਚੀਜ਼ ਸਾਨੂੰ ਇਨਫੋਰਮੇਸ਼ਨ ਹੁੰਦੀ ਹੈ। ਕਮਿਊਨਿਟੀ ਦੇ ਵਿੱਚ ਕਹਿੰਦਾ ਆਪਣੀ ਇਨਫੋਰਮੇਸ਼ਨ ਪ੍ਰੋਪਰ ਤਰੀਕੇ ਨਾਲ ਫੈਲਾਉਣੀ ਹੋਵੇ, ਤਾਂ ਕੰਪਨੀ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ, ਜਾਂ ਕਰੈਕਟ ਇੰਟਰਪ੍ਰੀਟੇਸ਼ਨ ਕਰਨੀ ਹੋਵੇ ਮੈਨੇਜਮੈਂਟ ਦੀ, ਮੈਨੇਜਮੈਂਟ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੀ ਹੈ ਨਹੀਂ ਕਰ ਰਹੀ, ਉਹਦੇ ਤੋਂ ਪਤਾ ਲੱਗ ਜਾਂਦਾ ਹੈਗਾ। ਐਨਾਲਿਸਿਸ ਹੋ ਜਾਂਦਾ ਵੀ ਓਵਰਹੈਡ ਕੰਪਨੀ ਦੇ ਖਰਚੇ ਕਿੰਨੇ ਨੇ, ਜਿਹੜੇ ਫਿਕਸ ਕੋਸਟ ਨੇ ਉਹ ਕਿੰਨੀਆਂ ਹੈਗੀਆਂ ਨੇ, ਜਾਂ ਫਿਰ ਜੋ ਫਲੈਕਸੀਬਲ ਕੋਸਟ ਹੈਗੀਆਂ ਨੇ ਜਾਂ ਵੇਰੀਏਬਲ ਕੋਸਟ ਨੇ ਉਹਦੇ ਬਾਰੇ ਕੰਪਨੀ ਦਾ ਕੋਸਟ ਸਾਨੂੰ ਕੋਸਟ ਤੋਂ ਪਤਾ ਲੱਗ ਜਾਂਦਾ, ਕਿਉਂਕਿ ਕੰਪਨੀ ਆਪਣੇ ਕੋਸਟ ਕਾਫੀ ਪ੍ਰਕਾਰ ਦੀ ਦਿਖਾਉਂਦੀ ਹੈਗੀਆਂ। ਫਿਰ ਅਸੀਂ ਇਹ ਵੀ ਦੇਖ ਸਕਦੇ ਹਾਂ ਵੀ ਸਾਨੂੰ ਕੰਪਨੀ ਦੇ ਵਿੱਚ ਕੀ ਚੀਜ਼ਾਂ ਖੁਦ ਬਣਾਉਣੀ ਚਾਹੀਦੀਆਂ, ਕੀ ਚੀਜ਼ਾਂ ਅਸੀਂ ਬਾਹਰੋਂ ਬਣਵਾਈਏ, ਇਹਦੇ ਬਾਰੇ ਵੀ ਸਾਨੂੰ ਪਤਾ ਲੱਗ ਜਾਊਗਾ। ਜਿੱਥੇ ਸਾਨੂੰ ਕੰਪਨੀ ਨੂੰ ਫਾਇਦਾ ਲੱਗ ਰਿਹਾ ਉਹ ਖੁਦ ਬਣਾਉਣਗੇ। ਕੰਪਨੀ ਨੂੰ ਕੀ ਸੈਲਿੰਗ ਪ੍ਰਾਈਸ ਸੈੱਟ ਕਰਨੀ ਹੈ, ਇਹ ਵੀ ਕੋਸਟ ਆਡਿਟ ਤੋਂ ਕੰਪਲੀਟ ਹੋ ਜਾਂਦਾ ਵੀ ਐਕਚੁਅਲ ਸਾਨੂੰ ਕੋਸਟ ਨਹੀਂ ਲੱਗੀ ਸੀ ਜਾਂ ਨਹੀਂ ਲੱਗੀ ਸੀ, ਕੋਸਟ ਆਪਣੀ ਪ੍ਰਾਈਸ ਵੀ ਸੈੱਟ ਕਰ ਸਕਦੇ ਹਾਂ ਗੁੱਡਸ ਲਈ। ਇਨਵੈਸਟੀਗੇਸ਼ਨ ਆਫ ਕੋਸਟ ਸਟਰਕਚਰ, ਕੰਪਨੀ ਦਾ ਮੁੱਲ ਮਿਲਾ ਜਿਵੇਂ ਕੈਸ਼ ਕਿੱਥੋਂ ਆ ਰਿਹਾ ਹੈ, ਕਿੱਥੋਂ ਜਾ ਰਿਹਾ ਹੈਗਾ, ਜੇ ਉਧਾਰ ਦੇ ਕੰਮ ਚੱਲ ਰਿਹਾ, ਕਿਸੇ ਨੂੰ ਉਧਾਰ ਦੇ ਦੇਣੇ ਨੇ, ਉਹ ਸਾਰਾ ਦਾ ਸਾਰਾ ਕੁਝ ਜੋ ਹੈ ਕੋਸਟ ਆਡਿਟ ਦੇ ਵਿੱਚ ਨਿਕਲ ਕੇ ਆ ਜਾਂਦਾ ਹੈਗਾ। ਉਸ ਤੋਂ ਬਾਅਦ ਹੈ ਕੁਆਲਿਟੀ ਆਡਿਟ। ਕੁਆਲਿਟੀ ਆਡਿਟ ਦਾ ਮਤਲਬ ਕਿ ਜਿਹੜੀਆਂ ਕੰਪਨੀ ਗੁੱਡਸ ਬਣਾਉਂਦੀਆਂ ਉਹਨਾਂ ਦੀ ਕੁਆਲਿਟੀ ਜਦੋਂ ਚੈੱਕ ਕੀਤੀ ਜਾਂਦੀ ਹੈਗੀ। ਕੁਆਲਿਟੀ ਦੇ ਵਿੱਚ ਕੀ ਚੈੱਕ ਕੀਤਾ ਜਾਂਦਾ ਹੈ ਕਿ ਐਕਚੁਅਲ ਜਿਹੜੇ ਪਰਸਨਸ ਨੇ ਉਹਨਾਂ ਨੇ ਕਿਸ ਬੇਸ ਤੇ ਕੁਆਲਿਟੀ ਚੈੱਕ ਕੀਤੀ, ਉਹ ਰਿਸਪੌਂਸਿਬਿਲਿਟੀ ਤਾਂ ਉਹਨਾਂ ਦੀ ਬਣਦੀ ਹੈ। ਮੰਨ ਲਓ ਕੋਈ ਲੋਡ ਦੇ ਵਿੱਚ ਪ੍ਰੋਬਲਮ ਨਿਕਲ ਗਈ, ਬਾਹਰ ਚਲੀ ਗਈ, ਤਾਂ ਪ੍ਰੋਬਲਮਸ ਕੁਆਲਿਟੀ ਆਡਿਟ ਦੇ ਜ਼ਿੰਮੇਵਾਰ ਹੁੰਦੇ ਕੁਆਲਿਟੀ ਡਿਪਾਰਟਮੈਂਟ, ਫਿਰ ਉਹਨਾਂ ਲਈ ਖੁਦ ਸਫਰ ਕਰਨਾ ਪੈਂਦਾ ਹੈਗਾ। ਜਿੰਨਾ ਸਮਾਨ ਆਊਗਾ ਵਾਪਸ ਉਹ ਸਾਰਾ ਉਹਨਾਂ ਨੇ ਖੁਦ ਹੀ ਸਹੀ ਕਰਵਾਉਣਾ ਹੁੰਦਾ, ਫਿਰ ਅਦਰਵਾਈਜ਼ ਟਾਈਮ 'ਤੇ ਚੈਕਿੰਗ ਕਰਵਾਉਣਾ। ਕੁਆਲਿਟੀ ਆਡਿਟ ਜ਼ਰੂਰੀ ਹੁੰਦਾ ਹਰ ਇੱਕ ਕੰਪਨੀ ਲਈ ਵੀ। ਅਗਰ ਟਾਈਮਲੀ ਬੇਸ ਤੇ ਹਰ ਇੱਕ ਚੀਜ਼ ਦਾ ਰਿਕਾਰਡ ਹੋਣਾ ਚਾਹੀਦਾ ਹੈ ਵੀ ਜਿੰਨੇ ਥੋੜੇ ਲੋਡ ਬਣ ਗਏ ਕਿ ਤੁਸੀਂ ਹਰ ਇੱਕ ਲੋਡ ਦਾ ਰਿਕਾਰਡ ਬਣਾਇਆ ਜਾਂ ਨਹੀਂ ਬਣਾਇਆ, ਉਹਨੂੰ ਕਿਸ ਤਰ੍ਹਾਂ ਤੁਸੀਂ ਚੈੱਕ ਕੀਤਾ ਸੀਗਾ, ਇਹ ਜ਼ਿੰਮੇਵਾਰੀ ਕੁਆਲਿਟੀ ਵਾਲਿਆਂ ਦੀ ਵੀ ਜ਼ਰੂਰ ਹੋ ਜਾਂਦੀ ਹੈ। ਡਿਊਟੀਜ਼ ਐਂਡ ਰਿਸਪੌਂਸਿਬਿਲਿਟੀ ਆਫ ਦੀ ਆਡੀਟਰਸ। ਆਡੀਟਰ ਦੀ ਕਹਿੰਦਾ ਡਿਊਟੀਜ਼ ਕੀ ਨੇ ਜਾਂ ਉਹਦੀ ਰਿਸਪੌਂਸਿਬਿਲਿਟੀ ਕੀ ਨੇ, ਇਹਨਾਂ ਨੇ ਤਾਂ ਕੁਝ ਲਿਖਿਆ ਨਹੀਂ ਹੈ, ਪ੍ਰੋਪਰ ਪੈਰਾ ਹੀ ਬਣਾਇਆ ਹੈਗਾ। ਅਸੀਂ ਇਹਦੇ ਵਿੱਚ ਕੁਝ ਪੁਆਇੰਟ ਲਿਖ ਲੀਜੀਏ। ਸਭ ਤੋਂ ਪਹਿਲਾਂ ਜਿਹੜੀ ਇਹਦੀ ਡਿਊਟੀਜ਼ ਅਸੀਂ ਕਹਿ ਸਕਦੇ ਹਾਂ ਰਿਸਪੌਂਸਿਬਿਲਿਟੀ ਉਹ ਹੈਗੀ ਹੈ ਅਟੈਂਸ਼ਨ ਪ੍ਰੋਸੈਸ।
ਵੀ ਹਰੇਕ ਆਡੀਟਰ ਜੀ ਕਹਿੰਦੇ ਹਰੇਕ ਕੰਮ ਦੇ ਉੱਪਰ ਟੈਨਸ਼ਨ ਦੇਵੇ, ਮੀਨਸ ਉਹਨੂੰ ਪ੍ਰੋਪਰ ਦੇਖਣਾ ਪਊਗਾ ਵੀ ਅਸੀਂ ਜੋ ਕੰਮ ਕਰ ਰਹੇ ਹੈਗੇ ਪ੍ਰੋਪਰ ਦੇਖਣਾ। ਇਹ ਨਹੀਂ ਵੀ ਤੁਸੀਂ ਉੱਪਰੋਂ ਆਡਿਟ ਕਰਕੇ ਵਾਪਸ ਆਣੇ ਵੀ ਆਪਣੇ ਆਫਿਸ 'ਚ ਬੈਠ ਕੇ ਆਡਿਟ ਕਰ ਲੈਣਾ, ਇੱਦਾਂ ਦਾ ਨਹੀਂ ਹੋਣਾ। ਆਡੀਟਰ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰੋਪਰ ਬੁੱਕਸ ਆਫ ਅਕਾਊਂਟਸ ਚੈੱਕ ਕਰੂਗਾ, ਹਰੇਕ ਕੰਮ ਨੂੰ ਅਟੈਂਸ਼ਨ ਦੇਊਗਾ, ਅਟੈਂਸ਼ਨ ਦੇ ਕੇ ਹੀ ਉਹ ਕੰਮ ਕੰਪਲੀਟ ਹੋ ਸਕਦਾ। ਜਿਵੇਂ ਫਸਟ ਪੁਆਇੰਟ ਲਿਖ ਸਕਦੇ ਹਾਂ ਅਟੈਂਸ਼ਨ ਪ੍ਰੋਸੈਸ, ਹਰੇਕ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਕਰੂਗਾ। ਗੁੱਡ ਕਾਰਪੋਰੇਟ ਗਵਰਨੈਂਸ, ਗੁੱਡ ਕਾਰਪੋਰੇਟ ਗਵਰਨੈਂਸ ਵੀ ਬਣਾ ਕੇ ਰੱਖੂਗਾ, ਮੀਨਸ ਉਹਦੇ ਇੱਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਬਣੇ ਚਾਹੀਦੇ ਤਾਂ ਕਿ ਸਾਰੇ ਲੋਕ ਉਹਨੂੰ ਕੋਆਪਰੇਟ ਕਰਨ। ਪ੍ਰੋਪਰ ਯੂਜ਼ ਆਫ ਡੀਲ ਵਿਦ ਮੈਨੇਜਰ ਫੰਕਸ਼ਨਸ, ਜਿਹੜੇ ਮੈਨੇਜਰ ਦੇ ਫੰਕਸ਼ਨ ਬਣੇ ਹੁੰਦੇ ਨੇ ਉਹਨਾਂ ਨਾਲ ਵੀ ਪ੍ਰੋਪਰ ਡੀਲ ਕਰੇ ਆਡੀਟਰ ਦੀ ਜ਼ਿੰਮੇਵਾਰੀ ਹੁੰਦੀ ਹੈ। ਮੇਕ ਏ ਆਡਿਟ ਰਿਪੋਰਟ, ਆਡਿਟਰ ਦੀ ਇਹ ਵੀ ਜ਼ਿੰਮੇਵਾਰੀ ਜਾਂ ਡਿਊਟੀਜ਼ ਹੈ ਕਿ ਆਡਿਟ ਦੀ ਰਿਪੋਰਟ ਵੀ ਬਣਾਏ। ਅਗਲੀ ਰਿਸਪੌਂਸਿਬਿਲਿਟੀ ਆਡਿਟਰ ਦੀ ਹੈਗੀ ਹੈ ਪ੍ਰਿਪੇਅਰ ਆਡਿਟ ਰਿਪੋਰਟਸ and submit to the higher managements। ਇਸ ਤੋਂ ਇਲਾਵਾ ਜ਼ਿੰਮੇਵਾਰੀ ਹੈ ਕਿ ਰਿਪੋਰਟ ਸ਼ੁੱਡ ਬੀ ਮੇਡ ਅੰਡਰ ਕੌਨਫੀਡੈਂਸ਼ਲੀ, ਰਿਪੋਰਟਸ ਜਿਹੜੀਆਂ ਨੇ ਕੌਨਫੀਡੈਂਸ਼ਲੀ ਬੇਸ ਤੇ ਹੀ ਬਣਨੀ ਚਾਹੀਦੀ ਹੈਗੀਆਂ ਨੇ। ਕੋਈ ਵਰੇਗ ਨਹੀਂ ਹਰੇਕ ਪਰਸਨ ਤੁਸੀਂ ਇਨਫੋਰਮੇਸ਼ਨ ਦਿੰਦੇ ਚਲੇ ਜਾਓਗੇ ਉਹਦੇ ਬਾਰੇ। ਰਿਪੋਰਟ ਸ਼ੁੱਡ ਬੀ ਮੇਡ ਅੰਡਰ ਦੀ ਅਕਾਊਂਟਿੰਗ ਪ੍ਰੋਸੀਜਰਸ, ਅਕਾਊਂਟਿੰਗ ਪ੍ਰੋਸੀਜਰ ਦੇ ਅਕੋਰਡਿੰਗ ਹੀ ਰਿਪੋਰਟਸ ਬਣਨੀ ਚਾਹੀਦੀਆਂ ਨੇ। ਹੋਰ ਕੁਝ ਨਹੀਂ ਵੀ ਤੁਸੀਂ ਆਪਣਾ ਹੀ ਕੋਈ ਫਾਰਮੂਲਾ ਲਗਾ ਕੇ ਰਿਪੋਰਟਸ ਬਣਾ ਕੇ ਦੇਖੇ ਚਲੇ ਜਾਓ। ਜੋ ਅਕਾਊਂਟ ਦੇ ਪ੍ਰੋਸੀਜਰ ਨੇ ਜਾਂ ਅਕਾਊਂਟ ਦੇ ਰੂਲਸ ਨੇ ਉਹ ਉਹਦੇ ਵਿੱਚ ਫੋਲੋ ਹੋਣੇ ਜ਼ਰੂਰੀ ਨੇ। ਉਸ ਤੋਂ ਬਾਅਦ ਲਿਖਿਆ ਮੈਨੇਜ ਦੇ ਇੰਟਰਨਲ ਆਡਿਟ ਫੰਕਸ਼ਨ, ਜਿਹੜਾ ਕੰਪਨੀ ਦਾ ਆਡਿਟ ਇੰਟਰਨਲ ਆਡਿਟ ਚੱਲ ਰਿਹਾ ਉਹਨੂੰ ਮੈਨੇਜ ਕਰਕੇ ਚੱਲੇ, ਆਡਿਟਰ ਦੀ ਜ਼ਿੰਮੇਵਾਰੀ ਹੈਗੀ ਹੈ। ਉਸ ਤੋਂ ਬਾਅਦ ਕੀ ਹੈ ਡਿਵੋਲਪ ਦੀ ਮੇਨਟੇਨੈਂਸ ਪ੍ਰੋਸੀਜਰ, ਕੰਪਨੀ ਲਈ ਕਹਿੰਦਾ ਅਗਰ ਜਿੱਥੇ ਕੋਈ ਅਥਾਰਟੀ ਰਿਸਪੌਂਸਿਬਿਲਿਟੀ ਜਾਂ ਰਿਪੋਰਟਿੰਗ ਰਿਲੇਸ਼ਨਸ਼ਿਪ ਸੈਟਅਪ ਕਰਨੇ ਉਹ ਵੀ ਸੈਟਅਪ ਕਰਵਾ ਦੇਵੇ। ਕੰਪਨੀ 'ਚ ਆਡਿਟਿੰਗ ਦਾ ਸਟੈਂਡਰਡ ਬਣਾ ਕੇ ਰੱਖਣਾ ਆਡਿਟਰ ਦੀ ਜ਼ਿੰਮੇਵਾਰੀ ਹੈ। ਪਰਸਨਲ ਪ੍ਰੋਫੀਸ਼ੀਐਂਸੀ ਐਂਡ ਸਟਾਫ ਆਡਿਟਰਸ, ਕੰਪਨੀ ਦੇ ਵਿੱਚ ਕਹਿੰਦਾ ਖੁਦ ਪਰਸਨ ਆਡਿਟਰ ਜਿਹੜਾ ਹੈਗਾ ਉਹ ਵੀ ਆਉਣਾ ਚਾਹੀਦਾ, ਉਹਦਾ ਸਟਾਫ ਉਹਦੇ ਨਾਲ ਮਿਲਦਾ ਹੋਣਾ। ਇਹ ਨਹੀਂ ਵੀ ਬਾਹਰੋਂ ਕੋਈ ਸਟਾਫ ਹਾਇਰ ਕੀਤਾ ਹੋਵੇ ਜਿਹਨੂੰ ਕੋਈ ਨੌਲੇਜ ਨਾ ਹੋਵੇ। ਆਡਿਟ ਦੇ ਵਿੱਚ ਕਹਿੰਦਾ ਰਿਕਮੈਂਡੇਸ਼ਨ ਆਫ ਇੰਪਰੂਵਮੈਂਟ, ਜਿੱਥੇ ਜਿੱਥੇ ਇੰਪਰੂਵਮੈਂਟ ਦੀ ਲੋੜ ਹੈਗੀ ਉਹ ਰਿਕਮੈਂਡੇਸ਼ਨ ਹੋਣੀਆਂ ਜ਼ਰੂਰੀ ਨੇ। ਇੱਦਾਂ ਨਹੀਂ ਸਿਰਫ ਰਿਪੋਰਟ ਬਣਾ ਕੇ ਚਲੇ ਜਾਓ, ਕੁਝ ਦੱਸੋ ਨਾ ਵੀ ਤੁਸੀਂ ਕੀ ਕੰਮ ਕਿੱਥੇ ਸਹੀ ਕਰ ਸਕਦੇ, ਇਹ ਨਹੀਂ ਹੋਣਾ, ਹਮੇਸ਼ਾ ਹੋਣੇ ਚਾਹੀਦੇ ਰਿਕਮੈਂਡੇਸ਼ਨ। ਕੰਪਨੀ ਨੂੰ ਕਿੱਥੇ ਐਡਵਾਂਟੇਜ ਹੋਣਗੀਆਂ, ਕਿੱਥੇ ਓਪਰਚੁਨਿਟੀਜ਼ ਹੋਣਗੀਆਂ, ਉਹਦਾ ਫਾਇਦਾ ਲੈ ਸਕਦੀਆਂ ਕੰਪਨੀ, ਉਹਦਾ ਇਨਫੋਰਮੇਸ਼ਨ ਵੀ ਆਡੀਟਰ ਦੇਗਾ। ਹਮੇਸ਼ਾ ਕੰਪਨੀ ਕਿਤੇ ਅਲਟਰਨੇਟਿਵ ਕੰਮ ਵੀ ਕਰ ਸਕਦੀ ਜਾਂ ਉਹ ਅਕਾਊਂਟਿੰਗ ਦੇ ਵਿੱਚ ਕੋਈ ਹੋਰ ਅਲੱਗ ਤੋਂ ਕਰ ਸਕਦੀ ਹੈ ਤਾਂ ਉਹਦੇ ਬਾਰੇ ਵੀ ਪੂਰੀ ਇਨਫੋਰਮੇਸ਼ਨ ਜੋ ਹੈ ਆਡੀਟਰ ਦੇ ਕੇ ਜਾਣਗੇ। ਜਦੋਂ ਵੀ ਆਡਿਟ ਹੋਊਗਾ ਉਹਦਾ ਪ੍ਰੋਸੀਜਰ ਕੀ ਹੈ, ਸਭ ਤੋਂ ਪਹਿਲਾਂ ਕਹਿੰਦਾ ਤੁਹਾਨੂੰ ਆਡਿਟ ਦਾ ਆਬਜੈਕਟਿਵ ਦੇਖਣਾ ਹੋਊਗਾ, ਫਿਰ ਤੁਸੀਂ ਫੀਲਡ ਦੇ ਵਿੱਚ ਜਾ ਕੇ ਸਰਵੇ ਕਰੋਗੇ ਵੀ ਅਸੀਂ ਕਿਸ ਤਰ੍ਹਾਂ ਆਡਿਟ ਕਰ ਸਕਦੇ ਹਾਂ। ਉਸ ਤੋਂ ਬਾਅਦ ਕਹਿੰਦਾ ਤੁਸੀਂ ਆਡਿਟ ਦਾ ਜੋ ਪ੍ਰੋਗਰਾਮ ਹੋਊਗਾ ਉਹਨੂੰ ਲਗਾਓ ਕਰਕੇ ਆਪਣੇ ਆਡਿਟ ਰਿਪੋਰਟਸ ਰੈਡੀ ਕਰ ਸਕਦੇ ਹੋ। ਜਦੋਂ ਵੀ ਕੋਈ ਕੰਪਨੀ ਕਹਿੰਦਾ ਆਡਿਟ ਰੱਖੂਗੀ ਕੰਡਕਟਿੰਗ ਕਿਵੇਂ, ਆਡਿਟਿੰਗ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਦੇਖਣਾ ਹੋਊਗਾ ਵੀ ਸਾਡਾ ਅਪਰੂਵਡ ਆਡਿਟ ਪ੍ਰੋਗਰਾਮ ਹੋਣਾ ਚਾਹੀਦਾ ਹੈ, ਮੀਨਸ ਕੰਪਨੀ ਦੇ ਨਾਲ ਐਗਰੀਮੈਂਟ ਹੋਣਾ ਚਾਹੀਦਾ ਹੈ, ਫਿਰ ਤੁਸੀਂ ਆਡਿਟ ਕਰੋਗੇ। ਉਸ ਤੋਂ ਬਾਅਦ ਤੁਸੀਂ ਕਹਿੰਦਾ ਪਿਛਲੇ ਜਿਹੜੇ ਆਡਿਟ ਹੋਏ ਹੋਣਗੇ ਉਹਨਾਂ ਨੂੰ ਰਿਵਾਈਜ਼ ਕਰੋਗੇ, ਫਿਰ ਤੁਸੀਂ ਕਿਹੜੀਆਂ ਟੈਕਨੀਕਲ ਬੇਸ ਤੇ ਲਗਾਣੀ ਹੈ ਜਾਂ ਪ੍ਰੋਸੀਜਰਲ ਬੇਸ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੇ ਪਰਸਨਸ ਹੋਣਗੇ ਉਹ ਐਕੂਰੇਟ ਹੋਣਗੇ, ਪ੍ਰੋਪਰ ਵਰਕ ਹੋਣੇ ਚਾਹੀਦੇ ਨੇ, ਪੇਪਰ ਵੀ ਹੋਣੇ ਚਾਹੀਦੇ ਨੇ। ਜਿਹੜੇ ਪਰਸਨ ਤੁਸੀਂ ਸਟਾਫ ਦੇ ਨਾਲ ਰੱਖਣੇ ਨੇ ਉਹ ਵੀ ਸਕਿੱਲਫੁਲ ਹੋਣੇ ਚਾਹੀਦੇ ਨੇ। ਇਦਾਂ ਨਹੀਂ ਹੈ ਕਿਸੇ ਨੂੰ ਵੀ ਪਰਸਨ ਨੂੰ ਉਠਾ ਕੇ ਲਿਆਏ ਵੀ ਆਪਾਂ ਕੰਪਨੀ ਦਾ ਆਡਿਟ ਕਰਨਾ ਵੀ ਕਰਕੇ ਆ ਜਾਵਾਂਗੇ, ਇਦਾਂ ਨਹੀਂ ਹੈ। ਜਿਹੜੇ ਪਰਸਨਸ ਆਣਗੇ ਉਹ ਪ੍ਰੈਕਟੀਕਲ ਬੇਸ ਤੇ ਹੋਣੇ ਚਾਹੀਦੇ ਨੇ। ਕੰਪਨੀ ਦੇ ਜਿਹੜੀਆਂ ਪ੍ਰੋਪਰ ਵਰਕ ਪੇਪਰਸ ਨੇ ਉਹਨਾਂ ਨੂੰ ਸੇਫਗਾਰਡ ਰੱਖਣਾ, ਮੀਨਸ ਕੌਨਫੀਡੈਂਸ਼ਲੀ ਬੇਸ ਤੇ ਰੱਖਣਾ ਹੋਊਗਾ। ਜੋ ਵੀ ਰਿਪੋਰਟਸ ਬਣ ਰਹੀ ਹੈਗੀ ਆਡਿਟਰ ਦੀ ਜ਼ਿੰਮੇਵਾਰੀ ਹੈ। ਕੋਸ਼ਿਸ਼ ਹਮੇਸ਼ਾ ਇਹ ਕਰੀਏ ਕਿ ਸਾਰੇ ਪਰਸਨਸ ਨੂੰ ਨੌਲੇਜ ਹੋਵੇ ਕੰਪਨੀ ਜੋ ਆਡਿਟ ਹੋ ਰਿਹਾ ਹੈਗਾ, ਜਿੱਥੇ ਜੋ ਇਨਫੋਰਮੇਸ਼ਨ ਦੀ ਲੋੜ ਪਈ ਉਹਨਾਂ ਨੂੰ ਦੇਣੀ ਪੈਣੀ ਹੈ। ਕੋਸ਼ਿਸ਼ ਇਹ ਕਰਾਂਗੇ ਕੰਮ ਜਲਦੀ ਤੋਂ ਜਲਦੀ ਕੰਪਲੀਟ ਕਰਿਆ। ਕਈ ਵਾਰ ਕਈ ਪਰਸਨਸ ਇੱਦਾਂ ਦੇ ਹੁੰਦੇ ਨੇ ਵੀ ਜਿਨ੍ਹਾਂ ਨੇ ਫਰਾਡ ਵਗੈਰਾ ਕੀਤਾ ਹੁੰਦਾ ਉਹ ਮਿਸ ਰਿਪਰੈਜ਼ੈਂਟੇਸ਼ਨ ਵੀ ਕਰ ਦਿੰਦੇ ਨੇ ਕੰਪਨੀ ਦੇ ਜਿਹੜੇ ਸਬੂਤ ਉਹਨਾਂ ਨੂੰ ਖਤਮ ਵੀ ਕਰ ਦਿੰਦੇ ਨੇ। ਇਸ ਲਈ ਕਈ ਵਾਰ ਆਡਿਟ ਜ਼ਿਆਦਾ ਕੌਨਫੀਡੈਂਸ਼ਲੀ ਹੁੰਦਾ ਲੇਕਿਨ ਇਨਫੋਰਮੇਸ਼ਨ ਸਭ ਨੂੰ ਹੁੰਦੀ ਹੈ। ਲੇਕਿਨ ਜਿਨ੍ਹਾਂ ਪਰਸਨ ਦੇ ਉੱਪਰ ਉਹਨਾਂ ਲੱਗਦਾ ਵੀ ਹਾਂ ਹੁੰਦਾ ਵੀ ਇਹਨਾਂ ਪਰਸਨ ਨੂੰ ਫਾਈਂਡ ਕਰਨਾ ਹੈ ਤਾਂ ਉਹਨਾਂ ਪਰਸਨ ਨੂੰ ਜਾਣ ਵੀ ਨਹੀਂ ਦਿੱਤਾ ਜਾਂਦਾ ਹੈਗਾ, ਉਹਨਾਂ ਦੀ ਪ੍ਰੋਪਰ ਚੈਕਿੰਗ ਵੀ ਉਹਨਾਂ ਦੀ ਪ੍ਰੋਪਰ ਇਨਫੋਰਮੇਸ਼ਨ ਫਾਈਂਡ ਕਰੀ ਜਾਂਦੀ ਹੈ। ਆਡਿਟ ਦੀ ਰਿਪੋਰਟਸ ਵੀ ਕਹਿੰਦਾ ਹਮੇਸ਼ਾ ਫਾਈਲ ਹੋਣੀ ਚਾਹੀਦੀ ਹੈਗੀ। ਫਾਈਲ ਮਤਲਬ ਕਿ ਤਾਂ ਬੋਰਡ ਆਫ ਡਾਇਰੈਕਟਰਸ ਕੋਲ ਜਾਊਗੀ, ਉਸ ਤੋਂ ਬਾਅਦ ਗਵਰਨਮੈਂਟ ਦੇ ਰਿਕਾਰਡ ਦੇ ਵਿੱਚ ਵੀ ਰਿਪੋਰਟਸ ਜਾਣੀਆਂ ਜ਼ਰੂਰੀ ਹੁੰਦੀਆਂ ਨੇ। ਜਿਹੜੇ ਕੰਪਨੀ 'ਚ ਕਹਿੰਦਾ ਐਕਸਟਰਨਲ ਆਡਿਟਰ ਆਉਣਗੇ ਉਹਨਾਂ ਦੀ ਰਿਸਪੌਂਸਿਬਿਲਿਟੀ ਵੀ ਸੇਮ ਹੀ ਹੁੰਦੀ ਹੈ। ਉਹਨਾਂ ਨੇ ਰਿਪੋਰਟਿੰਗ ਬਣਾਉਣੀ ਹੁੰਦੀ ਹੈ, ਰਿਪੋਰਟਿੰਗ ਬਣਾ ਕੇ ਕਿਤੇ ਜਿਹਨਾਂ ਨੇ ਕੰਮ ਕੀਤਾ ਹੁੰਦਾ ਉਹ ਕੰਮ ਦੀ ਰਿਪੋਰਟ ਜੋ ਹੈ ਅੱਗੇ ਉਹਨਾਂ ਨੇ ਸਬਮਿਟ ਕਰਨੀ ਹੁੰਦੀ ਹੈ। ਆਡਿਟ ਫੇਲਰ, ਆਡਿਟ ਕਹਿੰਦਾ ਫੇਲ ਕਿਉਂ ਹੋ ਜਾਂਦੇ ਹੈਗੇ ਨੇ। ਕਈ ਵਾਰ ਕੰਪਨੀ ਦੇ ਵਿੱਚ ਕਹਿੰਦਾ ਆਡਿਟ ਐਸਾਂ ਦੀ ਪ੍ਰੋਬਲਮ ਆਉਂਦੀਆਂ ਨੇ, ਕਈ ਵਾਰ ਆਡਿਟ ਫੇਲ ਹੋ ਜਾਂਦੇ ਨੇ। ਫੇਲ ਹੋਣ ਦਾ ਕਾਰਨ ਇਹ ਹੁੰਦਾ ਵੀ ਮੰਨ ਲਓ ਕਿਤੇ ਕੋਈ ਸਕੈਮ ਨਿਕਲ ਕੇ ਆ ਗਈ ਜਾਂ ਕੋਈ ਫਰੋਡ ਨਿਕਲ ਕੇ ਆ ਗਏ, ਅਸੀਂ ਉਹ ਚੀਜ਼ ਫਾਈਂਡ ਨਹੀਂ ਕਰ ਪਾਏ, ਇਸ ਲਈ ਆਡਿਟ ਫੇਲ ਹੋ ਜਾਂਦੇ ਨੇ। ਕਈ ਵਾਰ ਟੌਪ ਮੈਨੇਜਮੈਂਟ ਦਾ ਸਾਨੂੰ ਸਪੋਰਟ ਨਹੀਂ ਮਿਲੀ ਤਾਂ ਵੀ ਆਡਿਟ ਫੇਲ ਹੋ ਜਾਂਦੇ ਨੇ। ਟੌਪ ਮੈਨੇਜਮੈਂਟ ਜਾਂ ਫਿਰ ਜਿਹੜੇ ਪਰਸਨਸ ਅਕਾਊਂਟਸ ਡਿਪਾਰਟਮੈਂਟ ਨਾਲ ਡੀਲ ਕਰਦੇ ਸੀਗੇ
ਉਹ ਚੀਜ਼ਾਂ ਸਾਨੂੰ ਉਹ ਪਰਸਨ ਸਾਨੂੰ ਨਹੀਂ ਮਿਲੇ, ਉਹ ਤਾਂ ਫੇਲ ਹੋ ਗਏ। ਜਾਂ ਜੋ ਕੰਪਨੀ ਨੇ ਪ੍ਰੋਪਰ ਰਿਕਾਰਡਸ ਬਣਾਏ ਹੋਏ ਸੀਗੇ, ਉਹ ਰਿਕਾਰਡ ਦੇ ਵਿੱਚ ਕੋਈ ਡਾਟਾ ਹੈ ਹੀ ਨਹੀਂ, ਉਹਦਾ ਰਿਕਾਰਡਸ ਕਿਤੋਂ ਮਿਲ ਹੀ ਨਹੀਂ ਰਿਹਾ, ਤਾਂ ਵੀ ਆਡਿਟ ਫੇਲ ਹੋ ਜਾਂਦੇ ਨੇ। ਜਾਂ ਫਿਰ ਕੰਪਨੀ ਦੇ ਵਿੱਚ ਜਿਹੜੇ ਆਡੀਟਰਸ ਆਏ ਸੀਗੇ, ਉਹਨਾਂ ਨੇ ਜਿਹੜੇ ਪਰਸਨਸ ਜੋ ਇਨਫੋਰਮੇਸ਼ਨ ਲੈਣੀ ਸੀ, ਉਹ ਇਨਫੋਰਮੇਸ਼ਨ ਨਿਕਲਦੀ ਹੀ ਨਹੀਂ ਹੈਗੀ, ਤਾਂ ਵੀ ਆਡਿਟ ਜੋ ਹੈ ਫੇਲ ਹੋ ਜਾਂਦੇ ਨੇ। ਕਿਉਂਕਿ ਆਡਿਟ ਫੇਲ ਹੋਣ ਦਾ ਕਾਰਨ ਕੀ ਹੁੰਦਾ ਹੈ, ਜੋ ਚੀਜ਼ ਅਸੀਂ ਫਾਈਂਡ ਕਰਨੇ ਆਏ ਸੀਗੇ ਸਾਨੂੰ ਉਹ ਚੀਜ਼ ਨਹੀਂ ਮਿਲੀ, ਤਾਂ ਸਾਡਾ ਕੀ ਆਡਿਟ ਫੇਲ ਹੋ ਜਾਊਗਾ। ਕਈ ਵਾਰ ਮੈਨੇਜਮੈਂਟ ਖੁਦ ਆਪਣੀ ਬੇਸ ਤੇ ਵੀ ਆਡਿਟ ਕਰਵਾ ਲੈਂਦੀ ਹੈ, ਤਾਂ ਆਡਿਟ ਫੇਲ ਹੋ ਜਾਂਦਾ। ਉਹਦਾ ਰੀਜ਼ਨ ਸਹੀ ਹੁੰਦਾ ਕਿ ਆਡਿਟ ਦੇ ਵਿੱਚ ਜੋ ਚੀਜ਼ ਅਸੀਂ ਫਾਈਂਡ ਕਰਨੀ ਸੀ, ਅਸੀਂ ਉਹ ਚੀਜ਼ ਫਾਈਂਡ ਨਹੀਂ ਕਰ ਸਕਦੇ।